वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਸਿੱਖ ਇਤਿਹਾਸ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 252। ਕਾਂਡ 16ਵਾਂ ਭਾਰਤ ਦੀ ਵੰਡ ਦੀ ਭੂਮਿਕਾ। 1945-46 ਦੀਆਂ ਆਮ ਚੋਣਾਂ। ਭਾਰਤ ਦੇ ਇਤਿਹਾਸ ਵਿੱਚ ਸਮਾਜਵਾਦੀ ਸਰਕਾਰ ਭਾਰਤ ਨੂੰ ਆਜ਼ਾਦੀ ਦੇਣ ਲਈ ਦ੍ਰਿੜ ਸੀ ਤੇ ਅਜਿਹੇ ਵਿਅਕਤੀਆਂ ਦੀ ਤਲਾਸ਼ ਲਈ ਉਤਾਵਲੀ ਸੀ ਜਿਸ ਨੂੰ ਸ਼ਾਸਨ ਦੀ ਵਾਂਗਡੋਰ ਸੌਂਪੀ ਜਾ ਸਕੇ। ਮੌਜੂਦਾ ਵਿਧਾਨ ਮੰਡਲ ਦੇ ਮੈਂਬਰ ਇਸ ਭੂਮਿਕਾ ਨਿਭਾਉਣ ਦੇ ਸਮਰੱਥ ਨਹੀਂ ਸਨ ਕਿਉਂਕਿ ਉਹ ਇਸ ਮਹੱਤਵਪੂਰਨ ਵਿਸ਼ੇ ਤੇ ਲੋਕਾਂ ਦੇ ਵਿਚਾਰਾਂ ਦੀ ਪ੍ਰਤੀਨਿਧਤਾ ਨਹੀਂ ਕਰਦੇ ਸਨ ਕਿ ਭਾਰਤੀਆਂ ਨੂੰ ਇਕੱਠਾ ਰੱਖਿਆ ਜਾਵੇ ਜਾਂ ਵੰਡਿਆ ਜਾਵੇ। ਕੇਂਦਰੀ ਅਸੈਂਬਲੀ ਦੀ ਚੋਣ 1934 ਵਿੱਚ ਕੀਤੀ ਗਈ ਸੀ ਤੇ ਪ੍ਰਾਂਤਕ ਵਿਧਾਨਕ ਸਭਾਵਾਂ 1936 ਵਿੱਚ ਚੁਣੀਆਂ ਗਈਆਂ ਸਨ। ਸਿੱਟੇ ਵਜੋਂ ਬਰਤਾਨਵੀ ਸਰਕਾਰ ਨੇ ਤਾਜ਼ਾ ਚੋਣਾਂ ਕਰਾਉਣ ਦਾ ਨਿਰਣਾ ਲਿਆ ਤਾਂ ਜੋ ਚੁਣੇ ਗਏ ਮੈਂਬਰਾਂ ਵਿੱਚੋਂ ਆਜ਼ਾਦ ਭਾਰਤ ਦਾ ਸੰਵਿਧਾਨ ਤਿਆਰ ਕਰਨ ਲਈ ਨਵੇਂ ਵਿਧਾਨ ਸਾਜ਼ ਸਭਾ ਦਾ ਗਠਨ ਕੀਤਾ ਜਾ ਸਕੇ। ਕਾਂਗਰਸ ਪਾਰਟੀ ਨੇ ਇਸ ਚੋਣ ਦੀ ਮਹੱਤਤਾ ਸਮਝ ਲਈ ਸੀ ਤੇ ਉਸ ਨੇ ਮਤਦਾਤਾਵਾਂ ਨੂੰ ਆਜ਼ਾਦ ਤੇ ਸੰਯੁਕਤ ਭਾਰਤ ਦੇ ਸਮਰਥਨ 'ਚ ਵੋਟਾਂ ਪਾਉਣ ਲਈ ਉਤਸ਼ਾਹਿਤ ਕੀਤਾ। ਇਸ ਨੂੰ ਗੈਰ ਮੁਸਲਿਮ ਵੋਟਾਂ ਪ੍ਰਾਪਤ ਕਰਨ ਦਾ ਪੂਰਾ ਭਰੋਸਾ ਸੀ ਪਰ ਫਿਰ ਵੀ ਇਹ ਕੋਈ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੀ ਸੀ। ਉਸ ਨੂੰ ਪਤਾ ਸੀ ਕਿ INA ਦੇ ਕਾਰਨਾਮਿਆਂ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਉਕਸਾਇਆ ਹੈ। ਇਸ ਲਈ ਨਹਿਰੂ ਨੇ ਸੁਭਾਸ਼ ਚੰਦਰ ਨਾਲ ਆਪਣੇ ਪਹਿਲੇ ਮਤਭੇਦਾਂ ਤੇ ਉਸ ਦੇ ਫਾਂਸੀ ਤਾਕਤਾਂ ਨਾਲ ਸਹਿਯੋਗ ਕਰਨ ਕਰਕੇ ਹਿਚਕਾਹਟ ਦੇ ਬਾਵਜੂਦ INA ਦੇ ਯੋਧਿਆਂ ਨੂੰ ਆਜ਼ਾਦੀ ਦੇ ਘੁਲਾਟੀਏ ਤੇ ਸੰਗਰਾਮੀਏ ਕਹਿ ਕੇ ਵਡਿਆਇਆ। ਸਰਕਾਰ ਵੀ ਅਚੇਤ ਹੀ 3 ਅਫਸਰਾਂ, ਇੱਕ ਹਿੰਦੂ, ਇੱਕ ਮੁਸਲਮਾਨ ਤੇ ਇੱਕ ਸਿੱਖ ਉੱਪਰ ਦੇਸ਼ ਧਰੋਹ ਦਾ ਮੁਕੱਦਮਾ ਚਲਾ ਕੇ ਤੇ ਉਹਨਾਂ ਨੂੰ ਲਾਲ ਕਿਲ੍ਹੇ ਵਿੱਚ ਕੈਦ ਕਰਕੇ ਜੋ 1957 ਦੇ ਗਦਰ ਦਾ ਕੇਂਦਰ ਰਿਹਾ ਸੀ ਰਾਸ਼ਟਰਵਾਦੀਆਂ ਦੇ ਹੱਥਾਂ ਵਿੱਚ ਖੇਡ ਗਈ। ਨਹਿਰੂ ਨੇ ਨਿੱਜੀ ਤੌਰ ਤੇ ਉਹਨਾਂ ਦੀ ਹਿਮਾਇਤ ਦੀ ਯੋਜਨਾ ਤਿਆਰ ਕੀਤੀ ਤੇ ਨਹਿਰੂ ਨੇ ਨਿੱਜੀ ਤੌਰ ਤੇ ਉਹਨਾਂ ਦਾ ਸਾਰੇ ਮੁਲਕ ਵਿੱਚ ਦੌਰਾ ਕਰਵਾਇਆ। ਜਿੱਥੇ ਵੀ ਉਹ ਗਏ ਉਹਨਾਂ ਦਾ ਵਿਸ਼ਾਲ ਜਨ ਸਮੂਹਾਂ ਵੱਲੋਂ ਜੈ ਹਿੰਦ ਤੇ ਦਿੱਲੀ ਚਲੋ ਦੇ ਨਾਅਰਿਆਂ ਨਾਲ ਭਰਪੂਰ ਸਵਾਗਤ ਕੀਤਾ ਗਿਆ। ਕੁਝ ਹਫ਼ਤਿਆਂ ਮਗਰੋਂ ਚੋਣਾਂ ਹੋ ਗਈਆਂ। ਭਾਵੇਂ ਕਾਂਗਰਸ ਨੂੰ ਚੋਣਾਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਹੋਈ ਪਰੰਤੂ ਇਹ ਮੁਸਲਮਾਨਾਂ ਉੱਪਰ ਮੁਸਲਿਮ ਲੀਗ ਦੀ ਪਕੜ ਢਿੱਲੀ ਕਰਨ ਵਿੱਚ ਅਸਫਲ ਰਹੀ। ਮੁਸਲਿਮ ਲੀਗ ਨੇ ਚੋਣਾਂ ਪਾਕਿਸਤਾਨ ਦੇ ਸਵਾਲ ਤੇ ਲੜੀਆਂ ਤੇ ਕੇਂਦਰੀ ਲੈਜਿਸਲੇਚਰ ਦੀਆਂ ਸਾਰੀਆਂ ਮੁਸਲਿਮ ਸੀਟਾਂ ਤੇ ਜਿੱਤ ਹਾਸਿਲ ਕੀਤੀ। ਪ੍ਰਾਂਤਾਂ ਵਿੱਚ ਵੀ ਉੱਤਰ ਪੱਛਮੀ ਸੀਮਾਂਤ ਪ੍ਰਾਂਤ ਤੋਂ ਬਿਨਾਂ ਇਸ ਨੂੰ ਮੁਸਲਮਾਨ ਮਤਦਾਤਾਵਾਂ ਦੀਆਂ 90% ਵੋਟਾਂ ਮਿਲੀਆਂ। ਸਥਿਤੀ ਦਾ ਨਿਚੋੜ ਇਹ ਸੀ ਕਿ ਗੈਰ ਮੁਸਲਿਮ ਅਖੰਡ ਭਾਰਤ ਚਾਹੁੰਦੇ ਸਨ ਤੇ ਮੁਸਲਮਾਨ ਪਾਕਿਸਤਾਨ ਬਣਾਉਣ ਲਈ ਭਾਰਤ ਦੀ ਵੰਡ ਚਾਹੁੰਦੇ ਸਨ। ਸਿੱਖਾਂ ਨੇ ਚੋਣਾਂ ਵਿੱਚ ਹਿੱਸਾ ਪਾਕਿਸਤਾਨ ਪ੍ਰਤੀ ਆਪਣਾ ਵਿਰੋਧ ਪ੍ਰਗਟ ਕਰਨ ਲਈ ਲਿਆ। ਕਮਿਊਨਿਸਟਾਂ ਤੋਂ ਬਿਨਾਂ ਸਭ ਪਾਰਟੀਆਂ ਦੀ ਪ੍ਰਤੀਨਿਧਤਾ ਕਰਨ ਵਾਲੇ ਪੰਥਕ ਬੋਰਡ ਦਾ ਗਠਨ ਕੀਤਾ ਗਿਆ। ਸਿੱਖ ਮਤਦਾਤਾਵਾਂ ਨੇ ਪੰਥਕ ਬੋਰਡ ਦਾ ਸਾਥ ਦਿੱਤਾ। ਪਾਕਿਸਤਾਨ ਦਾ ਸਮਰਥਨ ਕਰਨ ਵਾਲੇ ਕਮਿਊਨਿਸਟਾਂ ਦੇ ਇੱਕੋ ਇੱਕ ਸਿੱਖ ਦਲ ਦਾ ਚੋਣਾਂ ਵਿੱਚ ਸਫਾਇਆ ਹੋ ਗਿਆ। ਪੰਜਾਬ ਵਿੱਚ ਜੋ ਸਥਿਤੀ ਉੱਭਰ ਰਹੀ ਸੀ ਉਹ ਇਸ ਤਰ੍ਹਾਂ ਸੀ। ਕੁੱਲ 175 ਸੀਟਾਂ ਵਿੱਚੋਂ ਮੁਸਲਿਮ ਲੀਗ ਨੂੰ 79, ਕਾਂਗਰਸ ਨੂੰ 51, ਪੰਥਕ ਉਮੀਦਵਾਰਾਂ ਨੂੰ 22, ਯੂਨੀਅਨਿਸਟਾਂ ਤੇ ਆਜ਼ਾਦ ਉਮੀਦਵਾਰਾਂ ਨੂੰ 10-10 ਤੇ ਬਾਕੀ 3 ਵਿੱਚ ਉਪ ਚੋਣਾਂ ਹੋਈਆਂ। ਮੁਸਲਿਮ ਲੀਗ, ਕਾਂਗਰਸ ਤੇ ਪੰਥਕ ਸਿੱਖਾਂ ਵਿਚਕਾਰ ਸਮਝੌਤੇ ਦੀ ਗੱਲ ਪਾਕਿਸਤਾਨ ਦੇ ਸਵਾਲ ਤੇ ਟੁੱਟ ਗਈ। ਆਖਿਰਕਾਰ ਸਰ ਖਿਜ਼ਰ ਹਯਾਤ ਖਾਨ ਨੇ ਕਾਂਗਰਸ ਤੇ ਪੰਥਕ ਸਮਰਥਨ ਨਾਲ ਦੁਬਾਰਾ ਸਰਕਾਰ ਕਾਇਮ ਕਰ ਲਈ। ਵਜ਼ਾਰਤੀ ਮਿਸ਼ਨ। 1946 ਦੀ ਬਸੰਤ ਰੁੱਤ ਵਿੱਚ ਲੇਬਰ ਦਲ ਦੇ ਪ੍ਰਧਾਨ ਮੰਤਰੀ ਮਿਸਟਰ ਐਟਲੀ ਨੇ ਐਲਾਨ ਕੀਤਾ ਕਿ ਕੈਬਨਿਟ ਮੰਤਰੀ ਦੀ ਇੱਕ ਮੰਡਲੀ ਆਜ਼ਾਦੀ ਬਾਰੇ ਅਗਲੇ ਕਦਮ ਤੇ ਚਰਚਾ ਕਰਨ ਲਈ ਭਾਰਤ ਦਾ ਦੌਰਾ ਕਰੇਗੀ।
1 ਮਹੀਨਾ ਮਗਰੋਂ ਹੋਈ ਬਹਿਸ ਵਿੱਚ ਉਸਨੇ ਕਿਹਾ, ਅਸੀਂ ਘੱਟ ਗਿਣਤੀਆਂ ਬਾਰੇ ਖਬਰਦਾਰ ਹਾਂ ਤੇ ਇਸ ਗੱਲੋਂ ਸਾਵਧਾਨ ਹਾਂ ਕਿ ਘੱਟ ਗਿਣਤੀਆਂ ਭੈ ਮੁਕਤ ਹੋ ਕੇ ਰਹਿ ਸਕਣ। ਦੂਸਰੇ ਪਾਸੇ ਅਸੀਂ ਇਹ ਨਹੀਂ ਚਾਹੁੰਦੇ ਕਿ ਘੱਟ ਗਿਣਤੀ ਬਹੁ ਗਿਣਤੀ ਦੀ ਪ੍ਰਗਤੀ ਵਿੱਚ ਰੋਕ ਪਾਵੇ। ਐਲਾਨ ਦੇ 9 ਦਿਨਾਂ ਪਿੱਛੋਂ ਲਾਰਡ ਪੈਂਥਿਕ ਲਾਰੈਂਸ, ਸਰ ਸਟਾਫੋਰਡ ਕ੍ਰਿਪਸ ਤੇ A.V. ਅਲੈਗਜ਼ੈਂਡਰ ਤੇ ਆਧਾਰਿਤ ਵਜ਼ਾਰਤੀ ਮੰਡਲ ਨਵੀਂ ਦਿੱਲੀ ਵਿੱਚ ਪਹੁੰਚ ਗਿਆ। ਮੰਡਲ ਦੇ ਨਾਲ ਮੇਜਰ ਸ਼ਾਰਟ ਵੀ ਸੀ, ਜਿਸ ਨੇ ਸਿੱਖਾਂ ਦੇ ਮਿੱਤਰ ਤੇ ਸਲਾਹਕਾਰ ਵਜੋਂ ਪ੍ਰਸਿੱਧੀ ਪ੍ਰਾਪਤ ਕੀਤੀ ਸੀ। ਵਜ਼ਾਰਤੀ ਮੰਡਲ ਨੇ ਪਹਿਲਾਂ ਭਾਰਤੀ ਨੇਤਾਵਾਂ ਦੇ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦੇ ਇੱਛਤ ਸੰਵਿਧਾਨ ਬਾਰੇ ਵਿਚਾਰ ਸੁਣੇ। ਉਹਨਾਂ ਦਾ ਮੁੱਖ ਮਨੋਰਥ ਪਾਕਿਸਤਾਨ ਦੀ ਮੰਗ ਬਾਰੇ ਉਹਨਾਂ ਦੀ ਪ੍ਰਤੀਕਿਰਿਆ ਜਾਣਨਾ ਸੀ। ਮੁਸਲਿਮ ਲੀਗ ਨੇ 7 ਤੋਂ 9 ਅਪ੍ਰੈਲ 1946 ਵਿੱਚ ਦਿੱਲੀ ਵਿੱਚ ਸੰਮੇਲਨ ਕੀਤਾ, ਜਿਸ ਵਿੱਚ ਭਾਸ਼ਣ ਦਿੱਤੇ ਗਏ ਤੇ ਲੋਕਾਂ ਨੂੰ ਤਾੜਨਾ ਕੀਤੀ ਗਈ ਕਿ ਜੇ ਪਾਕਿਸਤਾਨ ਦੀ ਮੰਗ ਨਾ ਮੰਨੀ ਗਈ ਤਾਂ ਉਹਨਾਂ ਲਈ ਕਿਹੜੀਆਂ ਮੁਸੀਬਤਾਂ ਆਉਣਗੀਆਂ। ਸਭ ਤੋਂ ਮੂੰਹ ਫੱਟ ਕੇ ਬੇਝਿਜਕ ਬੁਲਾਰਾ ਫਿਰੋਜ਼ ਖਾਨ ਨੂਨ ਸੀ। ਉਸਨੇ ਕਿਹਾ, ਨਾ ਤਾਂ ਹਿੰਦੂ ਤੇ ਨਾ ਹੀ ਅੰਗਰੇਜ਼ ਜਾਣਦੇ ਹਨ ਕਿ ਪਾਕਿਸਤਾਨ ਦੀ ਪ੍ਰਾਪਤੀ ਲਈ ਅਸੀਂ ਕਿਸ ਹੱਦ ਤੱਕ ਜਾ ਸਕਦੇ ਹਾਂ। ਅਸੀਂ ਇੱਕ ਮਹਾਨ ਦੁਖਾਂਤ ਦੀ ਦਹਿਲੀਜ਼ ਤੇ ਖੜ੍ਹੇ ਹਾਂ। ਜੇ ਅੰਗਰੇਜ਼ਾਂ ਨੇ ਸਾਡੇ ਤੇ ਸਾਂਝੀ ਸਰਕਾਰ ਠੋਸ ਦਿੱਤੀ ਤਾਂ ਮੁਸਲਮਾਨ ਜੋ ਬਰਬਾਦੀ ਤੇ ਤਬਾਹੀ ਕਰਨਗੇ, ਉਸ ਨਾਲ ਹਲਾਕੂ ਤੇ ਚੰਗੇਜ਼ ਖਾਂ ਦੇ ਕਾਰਨਾਮੇ ਵੀ ਸ਼ਰਮਾ ਜਾਣਗੇ ਤੇ ਇਸ ਦੀ ਜ਼ਿੰਮੇਵਾਰੀ ਬਰਤਾਨੀਆ ਦੀ ਹੋਵੇਗੀ। ਸੈਂਟਰਲ ਅਕਾਲੀ ਦਲ ਬਾਬਾ ਖੜਕ ਸਿੰਘ ਦਾ ਧੜਾ ਨੇ ਆਪਣੀ ਪਾਰਟੀ ਵਜੋਂ ਵੱਖਰਾ ਯਾਦ ਪੱਤਰ ਪੇਸ਼ ਕੀਤਾ। ਇਸ ਨੇ ਜਨਗਣਨਾ ਦੇ ਜਾਅਲੀ ਤੇ ਗਲਤ ਅੰਕੜਿਆਂ ਦਾ ਵਰਣਨ ਕੀਤਾ, ਜਿਸ ਨਾਲ ਪੰਜਾਬ ਨੂੰ ਮੁਸਲਿਮ ਬਹੁਗਿਣਤੀ ਵਾਲਾ ਪ੍ਰਾਂਤ ਦਿਖਾਇਆ ਗਿਆ ਸੀ। ਇਸ ਨੇ ਪੰਜਾਬ ਦੀ ਵੰਡ ਦੀ ਵਿਰੋਧਤਾ ਕੀਤੀ ਤੇ ਇਸ ਨੇ ਉਹ ਮੰਗ ਦੁਹਰਾਈ ਜੋ ਚੀਫ ਖਾਲਸਾ ਦੀਵਾਨ ਨੇ ਲੋਕਤੰਤਰੀ ਸੰਸਥਾਵਾਂ ਦੀ ਸਥਾਪਨਾ ਦੇ ਸਮੇਂ ਤੋਂ ਲੈ ਕੇ ਕਈ ਵਾਰ ਕੀਤੀ ਸੀ ਤੇ ਜਿਸ ਨਾਲ ਸਿੱਖਾਂ ਦੀ ਪ੍ਰਤੀਨਿਧਤਾ ਪੰਜਾਬ ਵਿੱਚ 33% ਤੇ ਕੇਂਦਰ ਵਿੱਚ 5% ਹੋਣੀ ਸੀ ਤੇ ਇੱਕ ਸਿੱਖ ਪ੍ਰਤੀਨਿਧ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਿਲ ਹੋਣਾ ਸੀ। ਇਸ ਤੋਂ ਬਿਨਾਂ ਇਸ ਨੇ ਕਾਨੂੰਨ ਸਾਜ਼ ਅਸੈਂਬਲੀ ਵਿੱਚ 8%, ਜਿਵੇਂ ਸਪਰੂ ਕਮੇਟੀ ਨੇ ਸਿਫਾਰਿਸ਼ ਕੀਤੀ ਸੀ, ਰੱਖਿਆ ਸੇਵਾਵਾਂ ਵਿੱਚ 14%, ਪੱਕਾ ਹਿੱਸਾ ਯੂਪੀ, ਸਿੰਧ, ਬਿਹਾਰ, ਬੰਗਾਲ ਤੇ ਬੰਬਈ ਵਿੱਚ ਸਿੱਖਾਂ ਲਈ ਪ੍ਰਤੀਨਿਧਤਾ ਤੇ ਉੱਤਰ ਪੱਛਮੀ ਸੀਮਾ ਵਿੱਚ ਸਿੱਖਾਂ ਲਈ ਵਧੇਰੇ ਪ੍ਰਤੀਨਿਧਤਾ ਦੀ ਮੰਗ ਵੀ ਕੀਤੀ। ਕੇਂਦਰੀ ਅਕਾਲੀ ਦਲ ਨੇ ਸਾਂਝੀ ਚੋਣ ਪ੍ਰਣਾਲੀ ਦੀ ਹਮਾਇਤ ਕਰਦਿਆਂ ਘੱਟ ਗਿਣਤੀਆਂ ਲਈ ਰਾਖਵੀਆਂ ਸੀਟਾਂ ਮੰਗੀਆਂ ਤੇ ਘੱਟ ਗਿਣਤੀਆਂ ਦੇ ਹੱਕਾਂ ਲਈ ਵਿਸ਼ੇਸ਼ ਟ੍ਰਿਬਿਊਨਲ ਸਥਾਪਿਤ ਕਰਨ ਦੀ ਮੰਗ ਵੀ ਕੀਤੀ। ਸਿੱਖਾਂ ਦੀ ਪ੍ਰਤੀਨਿਧਤਾ ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਹਰਨਾਮ ਸਿੰਘ ਤੇ ਮਗਰੋਂ ਪੰਜਾਬ ਸਰਕਾਰ ਦੇ ਵਿਕਾਸ ਮੰਤਰੀ ਬਲਦੇਵ ਸਿੰਘ ਨੇ ਕੀਤੀ। ਸਿੱਖਾਂ ਦੇ ਪ੍ਰਤੀਨਿਧ ਪਾਕਿਸਤਾਨ ਦੀ ਵਿਰੋਧਤਾ ਵਿੱਚ ਇਕਜੁੱਟ ਸਨ। ਸਿੱਖ ਪ੍ਰਤੀਨਿਧਾਂ ਨੇ ਵਜ਼ਾਰਤੀ ਮੰਡਲ ਸਾਹਮਣੇ ਉਹ ਸਭ ਦਲੀਲਾਂ ਪੇਸ਼ ਕੀਤੀਆਂ ਜਿਨ੍ਹਾਂ ਕਾਰਨ ਸਿੱਖਾਂ ਦਾ ਮੁਸਲਮਾਨਾਂ ਦੇ ਰਾਜ ਵਿੱਚ ਜਾਂ ਉਸ ਇਲਾਕੇ ਵਿੱਚ ਜੋ ਮੁਸਲਮਾਨਾਂ ਨੂੰ ਸੌਂਪਿਆ ਜਾਣਾ ਸੀ, ਰਹਿਣਾ ਅਸੰਭਵ ਸੀ। ਸਿੱਖਾਂ ਦੇ ਪ੍ਰਤੀਨਿਧ ਮਾਸਟਰ ਤਾਰਾ ਸਿੰਘ ਨੇ ਕਿਹਾ ਕਿ ਸਿੱਖ ਅਖੰਡ ਭਾਰਤ ਦੇ ਸਮਰਥਕ ਸਨ, ਪਰ ਜੇ ਪਾਕਿਸਤਾਨ ਦੀ ਮੰਗ ਮੰਨੀ ਗਈ ਤਾਂ ਉਹ ਵੱਖਰੇ ਸਿੱਖ ਰਾਜ ਦਾ ਹਿਮਾਇਤੀ ਹੈ, ਜਿਸ ਦਾ ਭਾਰਤ ਜਾਂ ਪਾਕਿਸਤਾਨ ਕਿਸੇ ਵੀ ਸੰਘ ਵਿੱਚ ਸ਼ਾਮਿਲ ਹੋਣ ਦਾ ਅਧਿਕਾਰ ਹੋਵੇਗਾ। ਗਿਆਨੀ ਕਰਤਾਰ ਸਿੰਘ ਨੇ ਮਗਰਲੇ ਕਥਨ ਦੀ ਵਿਆਖਿਆ ਕਰਦਿਆਂ ਕਿਹਾ ਕਿ ਸਿੱਖ ਆਪਣਾ ਅਜਿਹਾ ਸੂਬਾ ਮੰਗਦੇ ਹਨ ਜਿੱਥੇ ਉਹਨਾਂ ਦੀ ਪ੍ਰਭੂਸੱਤਾ ਹੋਵੇਗੀ ਜਾਂ ਲਗਭਗ ਪ੍ਰਮੁੱਖ ਸਥਿਤੀ ਹੋਵੇਗੀ ਤੇ ਇਸ ਸੂਬੇ ਵਿੱਚ ਸਾਰਾ ਜਲੰਧਰ ਮੰਡਲ ਤੇ ਲਾਹੌਰ ਮੰਡਲ ਹੋਣਗੇ ਤੇ ਇਸ ਨਾਲ ਹੀ ਅੰਬਾਲਾ ਮੰਡਲ ਦੇ ਹਿਸਾਰ, ਕਰਨਾਲ ਤੇ ਸ਼ਿਮਲੇ ਦੇ ਜ਼ਿਲ੍ਹੇ ਅਤੇ ਲਾਇਲਪੁਰ ਤੇ ਮਿੰਟਗੁਮਰੀ ਦੇ ਜ਼ਿਲ੍ਹੇ ਸ਼ਾਮਿਲ ਹੋਣਗੇ। ਬਲਦੇਵ ਸਿੰਘ ਨੇ ਵੀ ਲਗਭਗ ਉਹਨਾਂ ਲੀਹਾਂ ਤੇ ਸਿੱਖ ਰਾਜ ਦੀ ਪਰਿਭਾਸ਼ਾ ਕੀਤੀ ਜੋ ਮੁਲਤਾਨ ਤੇ ਰਾਵਲਪਿੰਡੀ ਮੰਡਲਾਂ ਨੂੰ ਕੱਢ ਕੇ ਚਨਾਬ ਦਰਿਆ ਦੇ ਨਾਲ ਉਚਿਤ ਸੀਮਾ ਬਣਾਵੇਗੀ ਤੇ ਇਸ ਵਿੱਚ ਅੰਬਾਲਾ, ਜਲੰਧਰ ਤੇ ਲਾਹੌਰ ਮੰਡਲ ਸ਼ਾਮਿਲ ਹੋਣਗੇ।
1946 ਨੂੰ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਮਤਾ ਪਾਸ ਕੀਤਾ ਜਿਸ ਵਿੱਚ ਸਿੱਖਸਤਾਨ ਦੀ ਸਥਾਪਤੀ ਆਪਣਾ ਰਾਜਸੀ ਉਦੇਸ਼ ਦੱਸਿਆ ਗਿਆ। ਇਸ ਵਿੱਚ ਕਿਹਾ ਗਿਆ ਕਿਉਂਕਿ ਸਿੱਖ ਪੰਜਾਬ ਨਾਲ ਆਪਣੇ ਪਵਿੱਤਰ ਗੁਰਦੁਆਰਿਆਂ, ਮਿਲਖਾਂ, ਭਾਸ਼ਾ, ਪਰੰਪਰਾਵਾਂ ਤੇ ਇਤਿਹਾਸ ਕਾਰਨ ਜੁੜੇ ਹੋਏ ਹੋਣ ਕਰਕੇ ਇਸ ਨੂੰ ਆਪਣੀ ਮਾਤ ਭੂਮੀ ਤੇ ਪਾਵਨ ਧਰਤੀ ਸਮਝਦੇ ਹਨ, ਜੋ ਅੰਗਰੇਜ਼ਾਂ ਨੇ ਸਿੱਖਾਂ ਦੇ ਆਖਰੀ ਰਾਜੇ ਤੋਂ ਨਬਾਣਗੀ ਸਮੇਂ ਅਮਾਨਤ ਵਜੋਂ ਸਾਂਭਿਆ ਸੀ ਤੇ ਹੁਣ ਜਿਸ ਦੀ ਹੋਂਦ ਵਿੱਚ ਇੱਕ ਪਾਸੇ ਮੁਸਲਮਾਨ ਵੱਲੋਂ ਨਿਰੰਤਰ ਪਾਕਿਸਤਾਨ ਦੀ ਹੱਠੀ ਮੰਗ ਕਾਰਨ ਤੇ ਦੂਸਰੇ ਪਾਸੇ ਹਿੰਦੂਆਂ ਵੱਲੋਂ ਇਸ ਨੂੰ ਜਜ਼ਬ ਕਰ ਲੈਣ ਦਾ ਖਤਰਾ ਬਣਿਆ ਹੋਇਆ ਹੈ। ਇਸ ਕਾਰਨ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਰਨੀ ਸਿੱਖਾਂ ਦੇ ਧਾਰਮਿਕ, ਸੱਭਿਆਚਾਰਕ, ਆਰਥਿਕ ਤੇ ਸਿਆਸੀ ਹੱਕ ਤੇ ਉਹਨਾਂ ਦੇ ਪਵਿੱਤਰ ਤੇ ਇਤਿਹਾਸਿਕ ਗੁਰਦੁਆਰਿਆਂ ਦੀ ਸਾਂਭ ਤੇ ਸੁਰੱਖਿਆ ਦੇ ਨਾਲ-ਨਾਲ ਜਾਇਦਾਦ ਤੇ ਵਸੋਂ ਦੇ ਵਟਾਂਦਰੇ ਦੀ ਵੀ ਮੰਗ ਕਰਦੀ ਹੈ। ਜਿਸ ਢੰਗ ਨਾਲ ਸਿੱਖ ਬੁਲਾਰਿਆਂ ਨੇ ਸਿੱਖ ਰਾਜ ਦੀ ਮੰਗ ਨੂੰ ਵਰਣਨ ਕਰਨ ਲਈ ਸ਼ਬਦ ਵਰਤੇ, ਉਹ ਸੁਭਾਵਿਕ, ਨਿਹਿਤ ਤੇ ਮੰਗ ਅਨੁਸਾਰ ਉਚਿਤ ਨਹੀਂ ਸਨ ਤੇ ਕੇਵਲ ਪਾਕਿਸਤਾਨ ਦੀ ਮੰਗ ਦੇ ਵਿਰੋਧ ਵਿੱਚ ਦਲੀਲਾਂ ਵਜੋਂ ਵਰਤੇ ਗਏ ਸਨ। ਇਸੇ ਕਾਰਨ ਉਹਨਾਂ ਦੀ ਮੰਗ ਨੂੰ ਗੰਭੀਰਤਾ ਨਾਲ ਲੈਣ ਤੇ ਵਿਚਾਰਨ ਦਾ ਮੌਕਾ ਵੀ ਖੁੱਸ ਗਿਆ। ਸਿੱਟੇ ਵਜੋਂ ਕੈਬਨਿਟ ਮਿਸ਼ਨ ਨੇ ਸਿੱਖਸਤਾਨ, ਆਜ਼ਾਦ ਪੰਜਾਬ ਤੇ ਖਾਲਿਸਤਾਨ ਦੀ ਮੰਗ ਵੱਲ ਕੋਈ ਧਿਆਨ ਨਾ ਦਿੱਤਾ ਤੇ ਇਸ ਵਿਚਾਰ ਨੂੰ ਤੇ ਸਿੱਖਾਂ ਦੇ ਅਤਿਕਥਿਤ ਮਹੱਤਤਾ ਦੇ ਦਾਅਵੇ ਨੂੰ ਭਾਰਤੀ ਰਾਸ਼ਟਰੀ ਕਾਂਗਰਸ ਵਾਂਗ ਹੀ ਮੁਸਲਮਾਨਾਂ ਦੀਆਂ ਅਭਿਲਾਸ਼ਾਵਾਂ ਨੂੰ ਅਸਫਲ ਬਣਾਉਣ ਲਈ ਇੱਕ ਕੋਸ਼ਿਸ਼ ਹੀ ਸਮਝਿਆ। ਸਿੱਖ ਨੇਤਾਵਾਂ ਨਾਲ ਵਿਚਾਰ ਚਰਚਾ ਕਰਨ ਪਿੱਛੋਂ ਕੈਬਨਿਟ ਮਿਸ਼ਨ ਨੇ ਸ਼ਿਮਲਾ ਕਾਨਫਰੰਸ ਵਿੱਚ ਵਿਚਾਰੇ ਜਾਣ ਲਈ ਪਰਖ, ਮੁਲਕ ਤੇ ਅਜ਼ਮਾਇਸ਼ੀ ਯੋਜਨਾ ਕਾਂਗਰਸ ਤੇ ਮੁਸਲਿਮ ਲੀਗ ਵਿੱਚ ਸਮਝੌਤੇ ਦਾ ਆਧਾਰ ਲੱਭਣ ਦੀ ਕੋਸ਼ਿਸ਼ ਵਜੋਂ ਪੇਸ਼ ਕੀਤੀ। ਇਸ ਯੋਜਨਾ ਵਿੱਚ ਵਿਚਾਰ ਕੀਤੀ ਗਈ ਕਿ ਕੇਂਦਰੀ ਸਰਕਾਰ ਅਧੀਨ ਰੱਖਿਆ, ਵਿਦੇਸ਼ ਤੇ ਸੰਚਾਰ ਸਾਧਨ ਹੋਣਗੇ ਤੇ ਦੂਸਰੇ ਗੈਰ ਮੁਸਲਿਮ ਤੇ ਉਹਨਾਂ ਦੇ ਅਧੀਨ ਉਹ ਵਿਸ਼ੇ ਹੋਣਗੇ ਜੋ ਕੇਂਦਰ ਦੇ ਅਧੀਨ ਨਹੀਂ ਸਨ। ਨਾ ਹੀ ਰਿਆਸਤਾਂ ਕੇਂਦਰ ਨਾਲ ਗੱਲਬਾਤ ਕਰਕੇ ਸਮਝੌਤਾ ਕਰਨਗੀਆਂ, ਕਿਉਂਕਿ ਦੋਹਾਂ ਧਿਰਾਂ ਵਿੱਚ ਗੱਲਬਾਤ ਰਾਹੀਂ ਨਜਿੱਠੇ ਨਾ ਜਾਣ ਵਾਲਾ ਤੇ ਨਾ ਭਰੇ ਜਾਣ ਵਾਲਾ ਪਾੜਾ ਸੀ। ਕੈਬਨਿਟ ਨੇ 16 ਮਈ ਨੂੰ ਦੋਹਾਂ ਮੁੱਖ ਦਲਾਂ ਵਿਚਕਾਰ ਸਹਿਮਤੀ ਵਾਲੇ ਖੇਤਰਾਂ ਤੇ ਆਧਾਰਿਤ ਤਜਵੀਜ਼ਾਂ ਬਾਰੇ ਬਿਆਨ ਜਾਰੀ ਕਰ ਦਿੱਤਾ, ਜਿਸ ਅਨੁਸਾਰ ਉਸ ਨੂੰ ਉਮੀਦ ਸੀ ਕਿ ਭਾਰਤੀ ਭਵਿੱਖ ਵਿੱਚ ਸੰਵਿਧਾਨ ਬਣਾਉਣ ਲਈ ਨਿਰਣਾ ਲੈ ਲੈਣਗੇ। ਇਸ ਅਨੁਸਾਰ ਸਿੱਖਾਂ ਦੇ ਪਾਕਿਸਤਾਨ ਵਿੱਚ ਜ਼ਬਰਦਸਤੀ ਸ਼ਾਮਿਲ ਕੀਤੇ ਜਾਣ ਬਾਰੇ ਵਿਰੋਧ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ। ਇਸ ਬਿਆਨ ਵਿੱਚ ਕਿਹਾ ਗਿਆ, ਅਸੀਂ ਪੰਜਾਬ ਤੇ ਬੰਗਾਲ ਦੇ ਉਹ ਜ਼ਿਲ੍ਹੇ ਪਾਕਿਸਤਾਨ ਵਿੱਚ ਸ਼ਾਮਿਲ ਕਰਨ ਦਾ ਉਚਿਤਵ ਨਹੀਂ ਸਮਝਦੇ ਜਿਨ੍ਹਾਂ ਦੀ ਭਾਰੀ ਬਹੁਗਿਣਤੀ ਗੈਰ ਮੁਸਲਿਮ ਹੈ। ਹਰ ਉਹ ਦਲੀਲ ਜਿਹੜੀ ਪਾਕਿਸਤਾਨ ਦੇ ਹੱਕ ਵਿੱਚ ਵਰਤੀ ਜਾ ਸਕਦੀ ਹੈ, ਸਾਡੇ ਵਿਚਾਰ ਅਨੁਸਾਰ ਗੈਰ ਮੁਸਲਿਮ ਖੇਤਰਾਂ ਨੂੰ ਪਾਕਿਸਤਾਨ ਵਿੱਚੋਂ ਬਾਹਰ ਰੱਖੇ ਜਾਣ ਲਈ ਵੀ ਵਰਤੀ ਜਾ ਸਕਦੀ ਹੈ। ਇਸ ਦਾ ਸਿੱਖਾਂ ਉੱਪਰ ਵਿਸ਼ੇਸ਼ ਪ੍ਰਭਾਵ ਪਵੇਗਾ। ਸਾਨੂੰ ਇਹ ਵੀ ਯਕੀਨ ਹੈ ਜਿਹੜਾ ਵੀ ਇਸ ਮਸਲੇ ਦਾ ਹੱਲ ਬੰਗਾਲ ਤੇ ਪੰਜਾਬ ਦੀ ਵੰਡ ਨਾਲ ਨਿਕਲੇਗਾ, ਇਹਨਾਂ ਪ੍ਰਾਂਤਾਂ ਦੀ ਬਹੁਤ ਜ਼ਿਆਦਾ ਗਿਣਤੀ ਦੀਆਂ ਇੱਛਾਵਾਂ ਦੇ ਵਿਰੁੱਧ ਹੋਵੇਗਾ। ਇਸ ਦੇ ਬਿਨਾਂ ਜਿਹੜੀ ਵੀ ਪੰਜਾਬ ਦੀ ਵੰਡ ਹੋਵੇਗੀ, ਉਹ ਸਿੱਖਾਂ ਨੂੰ ਵੀ ਅਵਸ਼ਕ ਤੌਰ ਤੇ 2 ਹਿੱਸਿਆਂ ਵਿੱਚ ਵੰਡ ਦੇਵੇਗੀ, ਜਿਸ ਅਨੁਸਾਰ ਸੀਮਾ ਦੇ ਆਰ-ਪਾਰ ਕਾਫੀ ਵੱਡੀ ਗਿਣਤੀ ਵਿੱਚ ਸਿੱਖ ਰਹਿ ਜਾਣਗੇ। ਇਸ ਵਿੱਚ 3 ਪਰਤੀ ਸੰਘ ਨੂੰ ਅਮੁੱਖ ਰੱਖਿਆ ਗਿਆ, ਜਿਸ ਵਿੱਚ ਕੇਂਦਰ ਦੇ ਅਧੀਨ ਵਿਦੇਸ਼ ਰੱਖਿਆ ਤੇ ਸੰਚਾਰ ਸਾਧਨ ਹੋਣੇ ਸਨ। ਪ੍ਰਾਂਤਕਾਂ ਦੇ ਇੱਕ ਸਮੂਹ ਨੇ ਸੌਂਪੇ ਹੋਏ ਵਿਸ਼ਿਆਂ ਦਾ ਪ੍ਰਬੰਧ ਕਰਨਾ ਸੀ ਤੇ ਕੁਝ ਪ੍ਰਾਂਤ ਐਸੇ ਸਨ ਜਿਨ੍ਹਾਂ ਨੇ ਬਾਕੀ ਬਚੇ ਹੋਏ ਵਿਸ਼ੇ ਸੰਭਾਲਣੇ ਸਨ। 10 ਸਾਲਾਂ ਮਗਰੋਂ ਪ੍ਰਾਂਤ ਜੇ ਚਾਹੁਣ ਤਾਂ ਸੰਵਿਧਾਨ ਉੱਪਰ ਪੁਨਰ ਵਿਚਾਰ ਕੀਤੇ ਜਾਣ ਦੀ ਮੰਗ ਕਰ ਸਕਦੇ ਸਨ। ਇਹਨਾਂ ਲੀਹਾਂ ਤੇ ਹੀ 16 ਮਈ ਦੀਆਂ ਤਜਵੀਜ਼ਾਂ ਅਨੁਸਾਰ ਪ੍ਰਾਂਤਕ ਅਸੈਂਬਲੀਆਂ ਦੇ ਚੁਣੇ ਹੋਏ ਮੈਂਬਰਾਂ ਦੀ ਕਾਨੂੰਨਸਾਜ਼ ਅਸੈਂਬਲੀ ਨੂੰ ਸੰਵਿਧਾਨ ਦਾ ਖਰੜਾ ਤਿਆਰ ਕਰਨ ਦਾ ਹੱਕ ਦਿੱਤਾ। ਮੁਕੰਮਲ ਸਦਨ ਦੇ ਸਮਾਗਮ ਪਿੱਛੋਂ ਇਹਨਾਂ ਨੂੰ 3 ਭਾਗਾਂ ਵਿੱਚ ਵੰਡਿਆ ਜਾਣਾ ਸੀ। ਪਹਿਲੇ ਭਾਗ ਵਿੱਚ ਗੈਰ ਮੁਸਲਿਮ ਬਹੁਗਿਣਤੀ ਪ੍ਰਾਂਤਾਂ ਦੇ ਪ੍ਰਤੀਨਿਧ ਹੋਣੇ ਸਨ।
ਦੂਜੇ ਭਾਗ ਵਿੱਚ ਪੰਜਾਬ ਉੱਤਰ ਪੱਛਮੀ ਸੀਮਾ ਪ੍ਰਾਂਤ ਸਿੰਧ ਦੇ ਪ੍ਰਤੀਨਿਧ ਸ਼ਾਮਿਲ ਕੀਤੇ ਗਏ। ਤੀਜੇ ਭਾਗ ਵਿੱਚ ਬੰਗਾਲ ਤੇ ਅਸਾਮ ਦੇ ਪ੍ਰਤੀਨਿਧ ਹੋਣੇ ਸਨ। ਕੈਬਨਿਟ ਮਿਸ਼ਨ ਦਾ ਸੁਝਾਅ ਸੀ ਕਿ ਜਿਸ ਸਮੇਂ ਸੰਵਿਧਾਨ ਦਾ ਖਰੜਾ ਤਿਆਰ ਕੀਤਾ ਜਾ ਰਿਹਾ ਹੋਵੇ ਤਾਂ ਪ੍ਰਬੰਧਕੀ ਕਾਰਜ ਸਾਰਾ ਹੀ ਭਾਰਤੀ ਹੱਥਾਂ ਵਿੱਚ ਸੌਂਪਿਆ ਜਾਵੇ। ਨਵੀਆਂ ਤਜਵੀਜ਼ਾਂ ਦਾ ਸਵਾਗਤ ਕਾਂਗਰਸ ਤੇ ਮੁਸਲਿਮ ਲੀਗ ਨੇ ਬੜੀ ਸੋਚ ਸਮਝ ਨਾਲ ਤੇ ਸਾਵਧਾਨੀ ਨਾਲ ਕੀਤਾ, ਜਿਨ੍ਹਾਂ ਨੇ ਇਹ ਤਜਵੀਜ਼ਾਂ ਇਸ ਲਈ ਪ੍ਰਵਾਨ ਕੀਤੀਆਂ ਕਿ ਇਹਨਾਂ ਦਾ ਸਿੱਟਾ ਸੁਤੰਤਰ ਮੁਸਲਿਮ ਰਾਜ ਵਿੱਚ ਹੀ ਨਿਕਲੇਗਾ। ਸਿੱਖਾਂ ਨੇ ਇਹ ਤਜਵੀਜ਼ਾਂ ਉੱਕਾ ਹੀ ਰੱਦ ਕਰ ਦਿੱਤੀਆਂ। ਮਹਾਤਮਾ ਗਾਂਧੀ, ਜਿਸ ਨੇ ਪਹਿਲਾਂ ਇਸ ਯੋਜਨਾ ਦੀ ਪ੍ਰਸ਼ੰਸਾ ਕੀਤੀ ਸੀ, ਹੁਣ ਸਿੱਖਾਂ ਦਾ ਸਮਰਥਨ ਕਰਨ ਲੱਗਾ। ਉਸ ਨੇ ਆਪਣੇ ਅਖਬਾਰ ਹਰੀਜਨ ਵਿੱਚ ਲਿਖਿਆ ਕਿ ਸਿੱਖਾਂ ਨੂੰ, ਜਿਨ੍ਹਾਂ ਦਾ ਭਾਰਤ ਵਿੱਚ ਪੰਜਾਬ ਹੀ ਇੱਕੋ ਇੱਕ ਘਰ ਹੈ, ਆਪਣੀ ਮਰਜ਼ੀ ਦੇ ਵਿਰੁੱਧ ਉਹਨਾਂ ਲੋਕਾਂ ਨਾਲ ਰਹਿਣਾ ਪਵੇਗਾ ਜਿਨ੍ਹਾਂ ਅਧੀਨ ਸਿੰਧ, ਬਲੋਚਿਸਤਾਨ ਤੇ ਸੀਮਾ ਪ੍ਰਾਂਤ ਵੀ ਹੋਣਗੇ। ਤੇ ਇਹ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਹ ਚੁਸਤੀ ਚਲਾਕੀ ਵਾਲੀ ਪੈਂਤੜੇਬਾਜ਼ੀ ਨਾਲ ਪੰਜਾਬ ਵਿੱਚ ਸ਼ਕਤੀ ਸੰਤੁਲਨ ਆਪਣੇ ਹੱਥਾਂ ਵਿੱਚ ਰੱਖ ਸਕਣਗੇ। ਇਹਨਾਂ ਤਜਵੀਜ਼ਾਂ ਬਾਰੇ ਸਿੱਖਾਂ ਦੀ ਪ੍ਰਤੀਕਿਰਿਆ 26 ਮਈ ਨੂੰ ਲਾਹੌਰ ਵਿੱਚ ਹੋਏ ਵੱਡੇ ਸਮਾਗਮ ਵਿੱਚ ਪ੍ਰਗਟ ਕੀਤੀ ਗਈ, ਜਿਸ ਵਿੱਚ ਬਰਤਾਨੀਆ ਉੱਪਰ ਸਿੱਖਾਂ ਨਾਲ ਧੋਖਾ ਕਰਨ ਦਾ ਦੋਸ਼ ਲਾਇਆ ਗਿਆ ਤੇ ਅਜਿਹੀਆਂ ਤਜਵੀਜ਼ਾਂ ਪੇਸ਼ ਕਰਨ ਦੀ ਸਾਜ਼ਿਸ਼ ਰਚਨ ਦਾ ਇਲਜ਼ਾਮ ਲਾਇਆ ਗਿਆ, ਜਿਸ ਨਾਲ ਬਰਤਾਨੀਆ ਦੇ ਹੱਥ ਮਜ਼ਬੂਤ ਹੋਣ ਤੇ ਉਹਦੀ ਭਾਰਤ ਵਿੱਚ ਹਕੂਮਤ ਜਾਰੀ ਰਹਿ ਸਕੇ। ਉਸ ਸਮੇਂ ਮੋਰਚਾ ਲਾਉਣ ਦੀਆਂ ਗੱਲਾਂ ਵੀ ਕੀਤੀਆਂ ਗਈਆਂ। ਮਾਸਟਰ ਤਾਰਾ ਸਿੰਘ ਨੇ ਭਾਰਤ ਸਕੱਤਰ ਨੂੰ ਲਿਖਿਆ ਕਿ ਇਹਨਾਂ ਤਜਵੀਜ਼ਾਂ ਨਾਲ ਸਿੱਖਾਂ ਵਿੱਚ ਨਿਰਾਸ਼ਤਾ, ਵਿਰੋਧ ਤੇ ਗੁੱਸੇ ਦੀ ਲਹਿਰ ਦੌੜ ਗਈ ਹੈ। ਉਸ ਨੇ ਅੱਗੇ ਲਿਖਿਆ, ਜੇ ਕੈਬਨਿਟ ਦਾ ਪਹਿਲਾ ਵਿਚਾਰ ਮੁਸਲਮਾਨਾਂ ਨੂੰ ਸੁਰੱਖਿਆ ਦੇਣਾ ਹੈ ਤਾਂ ਸਿੱਖਾਂ ਲਈ ਵੀ ਉਹ ਵਿਚਾਰ ਕਿਉਂ ਨਹੀਂ ਧਿਆਨ ਵਿੱਚ ਰੱਖਿਆ ਗਿਆ। ਭਾਰਤ ਸਕੱਤਰ ਨੇ ਉੱਤਰ ਵਿੱਚ ਲਿਖਿਆ ਕਿ ਕੈਬਨਿਟ ਮਿਸ਼ਨ ਦੀਆਂ ਤਜਵੀਜ਼ਾਂ ਤਿਆਰ ਕਰਦਿਆਂ ਸਿੱਖਾਂ ਦੀ ਚਿੰਤਾ ਨੂੰ ਧਿਆਨ ਵਿੱਚ ਰੱਖਿਆ ਗਿਆ ਸੀ ਤੇ ਸਾਡੇ ਸਾਹਮਣੇ ਜਿੰਨੇ ਵੀ ਉਪਾਅ ਸਨ, ਉਹਨਾਂ ਵਿੱਚੋਂ ਸਭ ਤੋਂ ਵਧੀਆ ਦੀ ਹੀ ਚੋਣ ਕੀਤੀ ਗਈ ਸੀ। ਤੁਸੀਂ ਮੈਨੂੰ ਯਕੀਨ ਹੈ ਇਹ ਮੰਨੋਗੇ ਕਿ ਜੇ ਭਾਰਤ ਨੂੰ 2 ਸੁਤੰਤਰ ਦੇਸ਼ਾਂ ਵਿੱਚ ਵੰਡਿਆ ਜਾਂਦਾ ਜਾਂ ਪੰਜਾਬ ਦੀ ਵੰਡ ਕੀਤੀ ਜਾਂਦੀ ਤਾਂ ਦੋਹਾਂ ਵਿੱਚ ਕੋਈ ਵੀ ਢੰਗ ਸਿੱਖਾਂ ਨੂੰ ਸਾਡੇ ਸੁਝਾਏ ਸਿੱਟੇ ਤੋਂ ਘੱਟ ਸਵੀਕਾਰ ਯੋਗ ਹੋਣਾ ਸੀ। 10 ਜੂਨ ਨੂੰ ਸਿੱਖ ਸਿਆਸੀ ਦਲਾਂ ਦਾ ਇੱਕ ਸਾਂਝਾ ਸਮਾਗਮ ਅੰਮ੍ਰਿਤਸਰ ਵਿੱਚ ਹੋਇਆ। ਨਿਰੰਜਨ ਸਿੰਘ ਗਿੱਲ ਦੀ ਡਿਕਟੇਟਰਸ਼ਿਪ ਅਧੀਨ ਇੱਕ ਕਾਰਵਾਈ ਕਮੇਟੀ ਕੈਬਨਿਟ ਤਜਵੀਜ਼ਾਂ ਦਾ ਵਿਰੋਧ ਕਰਨ ਲਈ ਸਥਾਪਿਤ ਕੀਤੀ ਗਈ। ਜਦੋਂ ਵਾਇਸਰਾਏ ਨੇ ਅੰਤਰਿਮ ਸਰਕਾਰ ਦੇ ਕਾਰਜਕਰਤਾਵਾਂ ਦਾ ਐਲਾਨ ਕੀਤਾ, ਇਹ ਉਸ ਦੀ 14 ਮੈਂਬਰੀ ਕਾਰਜਕਾਰਨੀ ਸੀ, ਤਾਂ ਸਿੱਖਾਂ ਦੇ ਨਾਮਜ਼ਦ ਪ੍ਰਤੀਨਿਧ ਬਲਦੇਵ ਸਿੰਘ ਨੂੰ ਸੱਦਾ ਪੱਤਰ ਰੱਦ ਕਰ ਦੇਣ ਲਈ ਮਨਾ ਲਿਆ ਗਿਆ। ਬਲਦੇਵ ਸਿੰਘ ਨੇ ਪ੍ਰਧਾਨ ਮੰਤਰੀ ਐਟਲੀ ਨੂੰ ਸਿੱਖਾਂ ਨਾਲ ਕੀਤੀ ਗਈ ਬੇਇਨਸਾਫੀ ਬਾਰੇ ਪੱਤਰ ਲਿਖਿਆ। ਐਟਲੀ ਨੇ ਜਵਾਬ ਵਿੱਚ ਲਿਖਿਆ ਕਿ ਯੋਜਨਾ ਨੂੰ ਸਿੱਖਾਂ ਦੇ ਅਨੁਕੂਲ ਬਣਾਉਣ ਲਈ ਬਦਲਿਆ ਨਹੀਂ ਜਾ ਸਕਦਾ ਤੇ ਉਹਨਾਂ ਨੂੰ ਆਪਣੇ ਹਿੱਤਾਂ ਦੀ ਸੁਰੱਖਿਆ ਲਈ ਕਾਨੂੰਨ ਸਾਜ਼ ਅਸੈਂਬਲੀ ਲਈ ਪ੍ਰਤੀਨਿਧ ਚੁਣ ਕੇ ਤੇ ਸੰਵਿਧਾਨ ਦਾ ਖਰੜਾ ਤਿਆਰ ਕਰਨ ਵਿੱਚ ਸਹਿਯੋਗ ਦੇ ਕੇ ਕਰਨੀ ਚਾਹੀਦੀ ਹੈ। 18 ਜੁਲਾਈ 1946 ਨੂੰ ਸਰ ਸਟਾਫੋਰਡ ਕ੍ਰਿਪਸ ਨੇ ਭਾਰਤ ਵਿੱਚ ਵਜ਼ਾਰਤੀ ਮੰਡਲ ਦੇ ਕੰਮ ਬਾਰੇ ਬਰਤਾਨਵੀ ਪਾਰਲੀਮੈਂਟ ਵਿੱਚ ਲੰਮਾ ਬਿਆਨ ਦਿੱਤਾ। ਸਿੱਖਾਂ ਬਾਰੇ ਬੋਲਦਿਆਂ ਉਸਨੇ ਕਿਹਾ, ਸਾਡੇ ਲਈ ਇਹ ਬੜੇ ਦੁੱਖ ਦੀ ਗੱਲ ਹੈ ਕਿ ਸਿੱਖ ਇਹ ਮਹਿਸੂਸ ਕਰਦੇ ਹਨ ਕਿ ਉਹਨਾਂ ਨਾਲ ਅਜਿਹਾ ਸਲੂਕ ਨਹੀਂ ਕੀਤਾ ਗਿਆ ਜਿਸ ਦੇ ਉਹ ਇੱਕ ਮਹੱਤਵਪੂਰਨ ਵਰਗ ਹੋਣ ਕਰਕੇ ਹੱਕਦਾਰ ਹਨ। ਇਹ ਔਕੜ ਇਸ ਕਰਕੇ ਪੈਦਾ ਨਹੀਂ ਹੋਈ ਕਿ ਕੋਈ ਸਿੱਖ ਫਿਰਕੇ ਦਾ ਘੱਟ ਮਹੱਤਵ ਸਮਝਦਾ ਹੈ, ਸਗੋਂ ਇਹ ਤਾਂ ਭੂਗੋਲਿਕ ਹਕੀਕਤਾਂ 'ਚ ਪੈਦਾ ਹੋਈ ਵਾਸਤਵਿਕ ਮਜਬੂਰੀ ਕਾਰਨ ਹੈ। ਸਿੱਖ ਇਹ ਚਾਹੁੰਦੇ ਹਨ ਕਿ ਉਹਨਾਂ ਨਾਲ ਵੀ ਮੁਸਲਮਾਨਾਂ ਦੇ ਅਨੁਕੂਲ ਹੀ ਵਿਸ਼ੇਸ਼ ਸਲੂਕ ਕੀਤਾ ਜਾਵੇ, ਪਰੰਤੂ ਸਿੱਖ ਮੁਸਲਮਾਨਾਂ ਦੇ 9 ਕਰੋੜ ਦੇ ਮੁਕਾਬਲੇ 55 ਲੱਖ ਲੋਕਾਂ ਦਾ ਅਤਿਅੰਤ ਛੋਟਾ ਫਿਰਕਾ ਹੈ ਤੇ ਉਹ ਭੂਗੋਲਿਕ ਤੌਰ 'ਤੇ ਇਸ ਤਰ੍ਹਾਂ ਸਥਿਤ ਹਨ ਕਿ ਉਹਨਾਂ ਦੀ ਮੰਗ ਅਨੁਸਾਰ ਐਸਾ ਇਲਾਕਾ
ਘੜਿਆ ਜਾਂ ਉਲੀਕਿਆ ਨਹੀਂ ਜਾ ਸਕਦਾ ਜਿੱਥੇ ਉਹ ਬਹੁ ਗਿਣਤੀ ਵਿੱਚ ਹੋ ਜਾਣ। ਕਾਂਗਰਸ ਦੀ ਕੈਬਨਿਟ ਮਿਸ਼ਨ ਦੀਆਂ ਤਜਵੀਜ਼ਾਂ ਨੂੰ ਅਮਲੀ ਰੂਪ ਦੇਣ ਪ੍ਰਤੀ ਰਜ਼ਾਮੰਦੀ ਵਾਸਤਵਿਕ ਨਾਲੋਂ ਵਿਖਾਵੇ ਮਾਤਰ ਜ਼ਿਆਦਾ ਸੀ। ਇਸ ਦੀ ਵਰਕਿੰਗ ਕਮੇਟੀ ਵੱਲੋਂ ਪੁਸ਼ਟੀ ਕਰਨ ਦੇ ਬਾਵਜੂਦ ਨਹਿਰੂ, ਜੋ ਇਸ ਦਾ ਪ੍ਰਧਾਨ ਬਣ ਚੁੱਕਾ ਸੀ, ਨੇ ਕਿਹਾ ਕਿ ਭਾਵੇਂ ਕਾਂਗਰਸ 16 ਮਈ ਦੀ ਯੋਜਨਾ ਨਾਲ ਸਹਿਮਤੀ ਪ੍ਰਗਟ ਕਰ ਚੁੱਕੀ ਹੈ, ਪਰ ਪ੍ਰਾਂਤਾਂ ਨੂੰ ਸਮੂਹਾਂ ਵਿੱਚ ਵੰਡਣ ਦੀ ਸਕੀਮ ਨੂੰ ਕਾਂਗਰਸ ਵੱਲੋਂ ਪ੍ਰਵਾਨ ਕੀਤੇ ਜਾਣ ਦੀ ਸੰਭਾਵਨਾ ਨਹੀਂ ਹੈ। ਉਹ ਨਵਾਂ ਸੰਵਿਧਾਨ ਤਿਆਰ ਕਰਨ ਲਈ ਵਧੇਰੇ ਉਤਾਵਲਾ ਸੀ, ਪਰ ਸੁਝਾਏ ਆਧਾਰ ਤੇ ਅੰਤਰਿਮ ਸਰਕਾਰ ਵਿੱਚ ਸ਼ਾਮਿਲ ਹੋਣ ਲਈ ਤਿਆਰ ਨਹੀਂ ਸੀ। ਜਿਨ੍ਹਾਂ ਨੇ ਇਸ ਨੂੰ 16 ਮਈ ਦੀ ਯੋਜਨਾ ਨੂੰ ਰੱਦ ਕਰਨ ਦੀ ਵਿਉਂਤ ਸਮਝਿਆ, ਉਸ ਨੇ ਅੰਤਰਿਮ ਸਰਕਾਰ ਬਣਾਉਣ ਦੀ ਪੇਸ਼ਕਸ਼ ਕੀਤੀ ਤੇ ਵਾਇਸਰਾਏ ਵੱਲੋਂ ਉਸ ਨੂੰ ਸੱਦਾ ਪੱਤਰ ਦੇਣ ਵਿੱਚ ਇਨਕਾਰ ਕਰਨ ਦੀ ਸੂਰਤ ਵਿੱਚ ਮੁਸਲਿਮ ਲੀਗ ਵੱਲੋਂ ਸਮੁੱਚੀ ਯੋਜਨਾ ਨੂੰ ਹੀ ਰੱਦ ਕਰਵਾ ਦਿੱਤਾ। ਮੁਸਲਿਮ ਲੀਗ ਨੇ ਆਪਣੇ ਮੈਂਬਰਾਂ ਨੂੰ ਕਿਹਾ ਕਿ ਉਹ ਬਰਤਾਨਵੀ ਸਰਕਾਰ ਪ੍ਰਤੀ ਵਿਰੋਧ ਪ੍ਰਗਟ ਕਰਨ ਵਾਸਤੇ ਸਭ ਖਿਤਾਬ ਤਿਆਗ ਦੇਣ ਤੇ ਸਿੱਧੀ ਕਾਰਵਾਈ ਕਰਨ ਦੀ ਯੋਜਨਾ ਤਿਆਰ ਕਰ ਲਈ ਗਈ। ਜਿਨ੍ਹਾਂ ਨੇ ਇਸ ਗੱਲ ਦਾ ਇਸ਼ਾਰਾ ਕੀਤਾ ਕਿ ਉਸ ਦਾ ਸਿੱਧੀ ਕਾਰਵਾਈ ਤੋਂ ਕੀ ਭਾਵ ਸੀ, ਉਸ ਨੇ ਕਿਹਾ, ਇਸ ਦਿਨ ਤੋਂ ਅਸੀਂ ਸਭ ਸੰਵਿਧਾਨਿਕ ਢੰਗ ਤਰੀਕਿਆਂ ਨੂੰ ਅਲਵਿਦਾ ਕਹਿੰਦੇ ਹਾਂ। ਇਸ ਦਿਨ ਤੋਂ ਅਸੀਂ ਪਿਸਤੌਲ ਹੱਥ ਵਿੱਚ ਫੜ ਲਿਆ ਹੈ ਤੇ ਇਸ ਨੂੰ ਵਰਤਣ ਲਈ ਤਿਆਰ ਹਾਂ। 16 ਅਗਸਤ ਨੂੰ ਸਿੱਧੀ ਕਾਰਵਾਈ ਵਾਲੇ ਦਿਨ ਵਜੋਂ ਮਨਾਇਆ ਜਾਣਾ ਸੀ। ਸਿੱਧੀ ਕਾਰਵਾਈ ਨਾਲ ਮੁਲਕ ਦੇ ਵੱਖ-ਵੱਖ ਭਾਗਾਂ ਵਿੱਚ ਹਿੰਸਾ ਭੜਕ ਉੱਠੀ। ਬੜੀ ਝਿਜਕ ਮਗਰੋਂ ਵਾਇਸਰਾਏ ਨੇ ਇਸ ਉਮੀਦ ਨਾਲ ਕਾਂਗਰਸ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਕਿ ਇਹ ਮੁਸਲਿਮ ਲੀਗ ਨੂੰ ਮਨਾ ਲਵੇਗੀ। ਕਾਂਗਰਸ ਜਿਨ੍ਹਾਂ ਨੂੰ ਮਨਾਉਣ ਵਿੱਚ ਤਾਂ ਸਫਲ ਨਾ ਹੋਈ, ਪਰ ਇਸ ਦੇ ਨਾਲ ਸਿੱਖਾਂ ਨੂੰ ਆਪਣਾ ਵਿਰੋਧ ਤਿਆਗ ਦੇਣ ਲਈ ਮਨਾ ਲਿਆ। 14 ਅਗਸਤ 1946 ਨੂੰ ਪੰਥਕ ਬੋਰਡ ਦੇ ਇੱਕ ਸਮਾਗਮ ਵਿੱਚ ਫੈਸਲਾ ਕੀਤਾ ਗਿਆ ਕਿ 16 ਮਈ ਦੇ ਬਿਆਨ ਨੂੰ ਪ੍ਰਵਾਨ ਕਰਨ ਵਾਲੀ ਕਾਂਗਰਸ ਦੀ ਬੇਨਤੀ ਦਾ ਉਚਿਤ ਹੁੰਗਾਰਾ ਭਰੇਗੀ ਤੇ ਸਵੀਕਾਰ ਕਰ ਲਵੇਗੀ। ਇਸ ਨੇ ਇਸ ਤਰ੍ਹਾਂ ਕੀਤਾ ਜ਼ਰੂਰ, ਪਰ ਮਿਸ਼ਨ ਦੀਆਂ ਤਜਵੀਜ਼ਾਂ ਬਾਰੇ ਜ਼ਬਰਦਸਤ ਵਿਰੋਧ ਦਾ ਹੱਕ ਰਾਖਵਾਂ ਰੱਖਿਆ। ਬੋਰਡ ਨੇ ਪੰਜਾਬ ਅਸੈਂਬਲੀ ਦੇ ਸਿੱਖ ਮੈਂਬਰਾਂ ਨੂੰ ਸਲਾਹ ਦਿੱਤੀ ਕਿ ਉਹ ਕਾਨੂੰਨ ਸਾਜ਼ ਅਸੈਂਬਲੀ ਲਈ ਪ੍ਰਤੀਨਿਧਾਂ ਦੀ ਚੋਣ ਕਰਨ। 2 ਸਤੰਬਰ 1946 ਨੂੰ ਨਹਿਰੂ ਦੇ ਮੰਤਰੀ ਮੰਡਲ ਨੂੰ ਸਹੁੰ ਚੁਕਾ ਦਿੱਤੀ ਗਈ। ਬਲਦੇਵ ਸਿੰਘ ਨੇ ਰੱਖਿਆ ਵਿਭਾਗ ਸਾਂਭ ਲਿਆ। ਕੁਝ ਹਫ਼ਤੇ ਮਗਰੋਂ ਜਦੋਂ ਹਿੰਦੂ ਮੁਸਲਿਮ ਫਸਾਦ ਭੜਕ ਉੱਠੇ ਤਾਂ ਲੀਗ ਨੇ ਵੀ ਸਰਕਾਰ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕਰ ਲਿਆ। ਸਰਕਾਰ ਦਾ 26 ਅਕਤੂਬਰ 1946 ਨੂੰ ਪੁਨਰਗਠਨ ਕੀਤਾ ਗਿਆ। ਵਾਇਸਰਾਏ ਨੇ ਸ਼ਾਂਤੀ ਕਾਇਮ ਕਰਨ ਲਈ ਤੇ ਦੋਹਾਂ ਰਾਜਸੀ ਪਾਰਟੀਆਂ ਦੀ ਸਹਿਮਤੀ ਦਾ ਘੇਰਾ ਵਧਾਉਣ ਲਈ ਆਪਣੀਆਂ ਜ਼ੋਰਦਾਰ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਕਾਂਗਰਸ ਲੀਗ ਦੇ ਨੇਤਾ ਅਤੇ ਬਲਦੇਵ ਸਿੰਘ ਨੂੰ ਲੰਡਨ ਬੁਲਾਇਆ ਗਿਆ। ਇਸ ਸਮਾਗਮ ਦਾ ਮਨੋਰਥ ਕਾਨੂੰਨ ਸਾਜ਼ ਅਸੈਂਬਲੀ ਵਿੱਚ ਸਾਰੀਆਂ ਧਿਰਾਂ ਦਾ ਸਹਿਯੋਗ ਪ੍ਰਾਪਤ ਕਰਨਾ ਸੀ, ਜਿਸ ਵਿੱਚ ਲੀਗ ਨੇ ਸ਼ਾਮਿਲ ਹੋਣ ਦੀ ਅਸਹਿਮਤੀ ਪ੍ਰਗਟ ਕੀਤੀ ਸੀ। ਝਗੜੇ ਦੀ ਜੜ ਪ੍ਰਾਂਤਾਂ ਦੇ ਸਮੂਹ ਬਣਾਉਣ ਦੀ ਆਪੋ ਆਪਣੀ ਵਿਆਖਿਆ ਦਾ ਸਵਾਲ ਸੀ। ਕਾਂਗਰਸ ਕੈਬਨਿਟ ਮਿਸ਼ਨ ਦੀ ਵਿਆਖਿਆ ਨੂੰ ਪ੍ਰਵਾਨ ਕਰਨ ਦੇ ਸਮਰੱਥ ਨਹੀਂ ਸੀ, ਜਿਸ ਨੂੰ ਮੁਸਲਿਮ ਲੀਗ ਨੇ ਪ੍ਰਵਾਨ ਕਰ ਲਿਆ ਸੀ। ਇਸ ਲਈ ਬਰਤਾਨਵੀ ਸਰਕਾਰ ਵੱਲੋਂ ਵਿਚਾਰ ਵਟਾਂਦਰੇ ਦੇ ਅੰਤ ਤੇ ਇੱਕ ਬਿਆਨ ਜਾਰੀ ਕੀਤਾ ਗਿਆ, ਜਿਸ ਵਿੱਚ ਕਿਹਾ ਗਿਆ ਕਿ ਇਹ ਧਾਰਾਵਾਂ ਯੋਜਨਾ ਦਾ ਅਨਿੱਖੜਵਾਂ ਅੰਗ ਹਨ ਤੇ ਇਹ ਉਮੀਦ ਪ੍ਰਗਟ ਕੀਤੀ ਗਈ ਕਿ ਮੁਸਲਿਮ ਲੀਗ ਦੀ ਸਹੀ ਰਾਹ ਤੇ ਆ ਕੇ ਕਾਨੂੰਨ ਸਾਜ਼ ਅਸੈਂਬਲੀ ਵਿੱਚ ਹਿੱਸਾ ਲੈਣ ਲਈ ਕਾਂਗਰਸ ਵਾਂਗ ਹੀ ਸਹਿਮਤ ਹੋ ਜਾਵੇਗੀ ਤੇ ਵਿਆਖਿਆ ਦਾ ਕਾਰਜ ਸੰਘ ਅਦਾਲਤ ਲਈ ਛੱਡ ਦੇਵੇਗੀ। ਜਦੋਂ 3 ਦਿਨ ਮਗਰੋਂ ਕਾਨੂੰਨ ਸਾਜ਼ ਅਸੈਂਬਲੀ ਦਾ ਇਜਲਾਸ ਹੋਇਆ ਤਾਂ ਮੁਸਲਿਮ ਲੀਗ ਦੇ ਮੈਂਬਰ ਇਸ ਵਿੱਚ ਹਾਜ਼ਰ ਨਹੀਂ ਸਨ। ਇਹਨਾਂ ਘਟਨਾਵਾਂ ਨੇ ਪਾਕਿਸਤਾਨ ਜੁੱਟ ਦੇ ਪ੍ਰਾਂਤਾਂ ਵਿੱਚ ਘੱਟ ਗਿਣਤੀਆਂ ਦੀ ਘਬਰਾਹਟ ਵਧਾ ਦਿੱਤੀ ਤੇ ਉਹਨਾਂ ਨੇ ਅਸਾਮ, ਬੰਗਾਲ ਤੇ ਪੰਜਾਬ ਵਿੱਚ ਆਪਣੇ ਆਪ ਨੂੰ ਜਥੇਬੰਦ ਕਰਨਾ ਸ਼ੁਰੂ ਕਰ ਦਿੱਤਾ। ਸਿੱਖਾਂ ਨੇ ਪੰਜਾਬ ਵਿੱਚ ਉਹੋ ਜਿਹੇ ਸੁਰੱਖਿਆ ਪ੍ਰਬੰਧਾਂ ਦੀ ਮੰਗ ਕੀਤੀ ਜਿਹੋ ਜਿਹੇ ਮੁਸਲਿਮ ਲੀਗ ਨੂੰ ਕਾਨੂੰਨ ਸਾਜ਼ ਅਸੈਂਬਲੀ ਵਿੱਚ ਪ੍ਰਾਪਤ ਸਨ ਤੇ ਉਹਨਾਂ ਨੇ ਆਪਣੇ ਪ੍ਰਾਂਤ ਦੀ ਨਵੇਂ ਸਿਰੇ ਤੋਂ ਵੰਡ ਦੀ ਮੰਗ ਕਰਨ ਦਾ ਫੈਸਲਾ ਕਰ ਲਿਆ।
ਕਾਨੂੰਨ ਸਾਜ਼ ਅਸੈਂਬਲੀ ਲਈ 4 ਚੁਣੇ ਗਏ ਸਿੱਖਾਂ ਨੇ, ਜਿਨ੍ਹਾਂ ਨੇ ਪਹਿਲਾਂ ਕਾਰਵਾਈ ਤੋਂ ਵੱਖ ਰਹਿਣ ਦਾ ਫੈਸਲਾ ਕੀਤਾ ਸੀ, ਹੁਣ ਕਾਂਗਰਸ ਨੇਤਾਵਾਂ 'ਤੇ ਭਰੋਸਾ ਮਿਲਣ 'ਤੇ ਆਪਣੀਆਂ ਸੀਟਾਂ ਗ੍ਰਹਿਣ ਕਰਨ ਲਈ ਸਹਿਮਤ ਹੋ ਗਏ। 17 ਜਨਵਰੀ 1947 ਨੂੰ ਗਿਆਨੀ ਕਰਤਾਰ ਸਿੰਘ ਤੇ ਉੱਜਲ ਸਿੰਘ ਨੇ ਅਖਬਾਰ ਨਵੀਸਾ ਨੂੰ ਵਿਸਥਾਰ ਨਾਲ ਦੱਸਿਆ ਕਿ ਉਹ ਵੀਟੋ ਦਾ ਜੋ ਹੱਕ ਮੰਗ ਰਹੇ ਹਨ, ਇਹਦਾ ਭਾਵ ਇਹੋ ਹੈ ਕਿ ਸਿੱਖਾਂ ਨੂੰ ਪ੍ਰਭਾਵਿਤ ਕਰਨ ਵਾਲਾ ਕੋਈ ਵੀ ਨਿਰਣਾ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਨਾ ਲਿਆ ਜਾਵੇ। 5 ਦਿਨ ਮਗਰੋਂ ਗਿਆਨੀ ਕਰਤਾਰ ਸਿੰਘ, ਉੱਜਲ ਸਿੰਘ, ਹਰਨਾਮ ਸਿੰਘ ਲਾਰਡ ਵੇਵਲ ਨੂੰ ਮਿਲੇ ਤੇ ਉਸ ਤੋਂ ਮੰਗ ਕੀਤੀ ਕਿ ਉਹਨਾਂ ਨੂੰ ਤਜਵੀਜ਼ਸ਼ੁਦਾ ਪ੍ਰਾਂਤਾਂ ਦੇ ਸਮੂਹ ਵਿੱਚ ਐੜਾ ਸਮੂਹਾਂ ਦੇ ਕਾਨੂੰਨਾਂ ਨੂੰ ਵੀਟੋ ਕਰਨ ਦਾ ਅਧਿਕਾਰ ਦੇ ਦਿੱਤਾ ਜਾਵੇ। 5 ਜਨਵਰੀ 1947 ਨੂੰ ਕਾਂਗਰਸ ਨੇ ਆਪਣੇ ਦਿੱਲੀ ਸਮਾਗਮ ਵਿੱਚ ਘੱਟ ਗਿਣਤੀਆਂ, ਖਾਸ ਕਰਕੇ ਸਿੱਖਾਂ ਨੂੰ ਫਿਰ ਭਰੋਸਾ ਦਿੱਤਾ। ਇਸ ਦੌਰਾਨ ਕਾਂਗਰਸ ਵਰਕਿੰਗ ਕਮੇਟੀ ਨੇ 5 ਜਨਵਰੀ 1947 ਨੂੰ ਇੱਕ ਮਤਾ ਪਾਸ ਕਰ ਦਿੱਤਾ, ਜਿਸ ਵਿੱਚ ਉਸ ਨੇ ਬਰਤਾਨਵੀ ਸਰਕਾਰ ਦੀ ਵਿਵਾਦੀ ਧਾਰਾਵਾਂ ਬਾਰੇ ਵਿਆਖਿਆ ਅਨੁਸਾਰ ਕਾਰਜ ਕਰਨ ਲਈ ਸਹਿਮਤੀ ਪ੍ਰਗਟ ਕੀਤੀ। ਬਾਕੀ ਦੇ ਮਤੇ ਵਿੱਚ ਮਸ਼ਰੂਤ ਧਾਰਾਵਾਂ ਤੋਂ ਮੁਸਲਿਮ ਲੀਗ ਨੇ ਇਹ ਸਿੱਟਾ ਕੱਢਿਆ ਕਿ ਕਾਂਗਰਸ ਦਾ ਕਥਿਤ ਸਮਝੌਤੇ ਨੂੰ ਅਮਲ ਵਿੱਚ ਲਿਆਉਣ ਦਾ ਕੋਈ ਇਰਾਦਾ ਨਹੀਂ ਸੀ। ਮੁਸਲਿਮ ਲੀਗ ਨੇ ਕਾਂਗਰਸ 'ਤੇ ਦੋਸ਼ ਲਾਇਆ ਕਿ ਉਹ ਕਾਨੂੰਨ ਸਾਜ਼ ਅਸੈਂਬਲੀ ਨੂੰ ਇੱਕ ਰਹਿੰਦ-ਖੂੰਹਦ ਪਾਰਲੀਮੈਂਟ ਬਣਾਉਣੀ ਚਾਹੁੰਦਾ ਹੈ। ਉਸ ਨੇ ਇਸ ਨੂੰ ਭੰਗ ਕਰਨ ਦੀ ਮੰਗ ਕਰ ਦਿੱਤੀ। ਕਾਂਗਰਸ ਨੇ ਲੀਗ ਦੇ ਕਾਨੂੰਨ ਸਾਜ਼ ਅਸੈਂਬਲੀ 'ਚੋਂ ਗੈਰ ਹਾਜ਼ਰ ਰਹਿਣ ਦੀ ਸੂਰਤ ਵਿੱਚ ਮੁਸਲਿਮ ਲੀਗੀਆਂ ਤੋਂ ਅੰਤਰਿਮ ਸਰਕਾਰ ਵਿੱਚੋਂ ਤਿਆਗ ਪੱਤਰ ਦੇਣ ਦੀ ਮੰਗ ਕਰ ਦਿੱਤੀ। ਲਾਰਡ ਵੇਵਲ ਨੇ ਭਾਰਤੀ ਨੇਤਾਵਾਂ ਨੂੰ ਚੇਤਾਵਨੀ ਦਿੱਤੀ ਕਿ ਮੁਲਕ ਅੰਦਰ ਝਗੜੇ ਫਸਾਦ ਇੰਨੇ ਵੱਧ ਗਏ ਹਨ ਕਿ ਪੁਲਿਸ ਤੇ ਸੈਨਾ ਹੁਣ ਨਿਰਪੱਖ ਹੋ ਕੇ ਕਾਰਜ ਕਰਨ ਦੇ ਸਮਰੱਥ ਨਹੀਂ ਰਹੀ। ਗਤਿਰੋਧ ਹੋ ਜਾਣ ਕਾਰਨ 20 ਜਨਵਰੀ 1947 ਨੂੰ ਐਟਲੀ ਨੇ ਪਾਰਲੀਮੈਂਟ ਵਿੱਚ ਐਲਾਨ ਕਰ ਦਿੱਤਾ ਕਿ ਬਰਤਾਨਵੀ ਸਰਕਾਰ ਜੂਨ 1948 ਤੱਕ ਭਾਰਤ ਵਿੱਚੋਂ ਦਸਤਬਰਦਾਰ ਭਾਵ ਸੱਤਾ ਛੱਡ ਦੇਵੇਗੀ। ਲਾਰਡ ਵੇਵਲ ਦੀ ਥਾਂ ਲਾਰਡ ਮਾਊਂਟ ਬੈਟਨ ਵਾਇਸਰਾਏ ਵਜੋਂ ਪਦ ਸੰਭਾਲ ਕੇ ਸੱਤਾ ਸੌਂਪ ਦੇਣ ਦਾ ਪ੍ਰਬੰਧ ਕਰੇਗਾ। ਐਟਲੀ ਨੇ ਆਸ ਪ੍ਰਗਟ ਕੀਤੀ ਕਿ ਜ਼ਰੂਰਤ ਦੋਹਾਂ ਵਿਰੋਧੀ ਧਿਰਾਂ ਵਿੱਚ ਜ਼ਿੰਮੇਵਾਰੀ ਪੈਦਾ ਕਰੇਗੀ ਤੇ ਉਹਨਾਂ ਨੂੰ ਸਮਝੌਤੇ 'ਤੇ ਪਹੁੰਚਣ ਲਈ ਮਜਬੂਰ ਕਰੇਗੀ। ਜਦੋਂ ਸਿਆਸੀ ਪਾਰਟੀਆਂ ਵਿੱਚ ਗੈਰ ਰਸਮੀ ਮੁੱਢਲੀ ਗੱਲਬਾਤ ਚੱਲ ਰਹੀ ਸੀ, ਭਾਰਤ ਵਿੱਚ ਸੰਪਰਦਾਇਕ ਹਿੰਸਾ ਨੇ ਗ੍ਰਹਿ ਯੁੱਧ ਦਾ ਰੂਪ ਧਾਰਨ ਕਰ ਲਿਆ। ਸਾਨੂੰ ਇਸ ਦੇ ਕਾਰਨ ਜਾਣਨ ਵੱਲ ਜ਼ਰੂਰ ਧਿਆਨ ਦੇਣ ਲਈ ਪਿੱਛੇ ਪਰਤਣਾ ਪਏਗਾ। ਕਾਂਡ 17ਵਾਂ ਨਾਗਰਿਕ ਝਗੜੇ, ਹਿਜਰਤ ਤੇ ਪੁਨਰਵਾਸ। ਆਰੰਭ। ਭਾਰਤ ਵਰਗੇ ਗਰੀਬ ਤੇ ਵੱਧ ਆਬਾਦੀ ਵਾਲੇ ਮੁਲਕ ਵਿੱਚ ਜਿੱਥੇ ਲੋਕ ਧਰਮ, ਸੱਭਿਆਚਾਰ ਤੇ ਰਹਿਣ-ਸਹਿਣ ਦੇ ਢੰਗਾਂ ਵਿੱਚ ਵੱਖਰੇ-ਵੱਖਰੇ ਹੋਣ, ਉੱਥੇ ਉਹਨਾਂ ਦੇ ਵੱਖ-ਵੱਖ ਗੁੱਟਾਂ ਦੇ ਟਕਰਾਓ ਦੀ ਸੰਭਾਵਨਾ ਬਣੀ ਹੀ ਰਹਿੰਦੀ ਹੈ। ਉੱਤਰ ਵਿੱਚ ਮੁੱਢਲੇ ਇਸਲਾਮੀ ਹਮਲਿਆਂ ਦੇ ਵੇਲੇ ਤੋਂ ਲੈ ਕੇ ਇੱਕ ਪਾਸੇ ਹਮਲਾਵਰਾਂ ਤੇ ਉਹਨਾਂ ਦੇ ਸਮਰਥਕਾਂ ਤੇ ਦੂਸਰੇ ਪਾਸੇ ਸੁਦੇਸ਼ੀ ਲੋਕਾਂ ਵਿੱਚ ਸੰਪਰਦਾਇਕ ਝਗੜੇ ਵੱਧਦੇ ਰਹੇ। ਕੁਝ ਪ੍ਰਬੁੱਧ ਹਾਕਮਾਂ ਨੇ ਇਹਨਾਂ ਦੇ ਮਤਭੇਦਾਂ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਤੇ ਰਣਜੀਤ ਸਿੰਘ ਜਿਹੇ ਕੁਝ ਆਰਜ਼ੀ ਤੌਰ 'ਤੇ ਥੋੜ੍ਹੇ ਸਮੇਂ ਲਈ ਸਫਲ ਵੀ ਹੋਏ। ਪਰੰਤੂ ਬਹੁਤਿਆਂ ਨੇ ਜਾਂ ਤਾਂ ਆਪਣਾ ਧਰਮ ਥੋਪਿਆ ਜਾਂ ਅੰਗਰੇਜ਼ਾਂ ਵਾਂਗ ਇਹਨਾਂ ਮਤਭੇਦਾਂ ਨੂੰ ਬੜੀ ਚਲਾਕੀ ਨਾਲ ਆਪਣੇ ਹਿੱਤ ਵਿੱਚ ਵਰਤਿਆ। ਜੇ ਕਦੇ ਬਕਰੀਦ ਦਾ ਤਿਉਹਾਰ, ਜਦੋਂ ਮੁਸਲਮਾਨ ਭੇਡਾਂ ਬੱਕਰੀਆਂ ਦੀ ਥਾਂ ਗਊਆਂ ਹਲਾਲ ਕਰਦੇ ਸਨ, ਗਊ ਦੀ ਪੂਜਾ ਕਰਨ ਵਾਲੇ ਹਿੰਦੂਆਂ ਸਿੱਖਾਂ ਦੇ ਵਿਰੋਧ ਬਿਨਾਂ ਲੰਘ ਜਾਂਦਾ ਸੀ, ਤਾਂ ਇਹ ਖੁਸ਼ਕਿਸਮਤੀ ਵਾਲੀ ਗੱਲ ਹੁੰਦੀ ਸੀ। ਕੋਈ ਘੱਟ ਹੀ ਮੌਕਾ ਹੁੰਦਾ ਸੀ ਜਦੋਂ ਹਿੰਦੂਆਂ ਸਿੱਖਾਂ ਦੇ ਸ਼ਰੀਲੇ ਜਲੂਸ ਮੁਸਲਮਾਨਾਂ ਨੂੰ ਚਿੜਾਉਣ ਲਈ ਮਸੀਤ ਕੋਲੋਂ ਜਾਣ ਬੁੱਝ ਕੇ ਕੱਢੇ ਜਾਂਦੇ ਸਨ। ਉਹ ਮੁਸਲਮਾਨਾਂ ਦਾ ਗੁੱਸਾ ਭੜਕਾਉਣ ਵਿੱਚ ਕਾਮਯਾਬ ਨਾ ਹੋਣ ਤੇ ਉਹਨਾਂ ਉੱਪਰ ਪੱਥਰਬਾਜ਼ੀ ਨਾ ਹੋਵੇ। ਪੰਜਾਬ ਵਿੱਚ 1920 ਤੇ 1930 ਦੇ ਦਹਾਕੇ ਧਾਰਮਿਕ ਝਗੜਿਆਂ ਤੇ ਤਣਾਵਾਂ ਪੱਖੋਂ ਬੜੇ ਮੰਦਭਾਗੇ ਸਨ। ਆਰੀਆ ਸਮਾਜ ਦੀ ਸ਼ੁੱਧੀ ਦੀ ਲਹਿਰ ਦਾ ਮੁਕਾਬਲਾ ਮੁਸਲਮਾਨਾਂ ਦੀ ਤਨਜ਼ੀਮ ਨਾਲ ਸੀ।
ਸਿੱਖਾਂ ਤੇ ਮੁਸਲਮਾਨਾਂ ਦੇ ਸਬੰਧ ਸ਼ਹੀਦਗੰਜ ਦੇ ਝਗੜੇ ਕਾਰਨ ਬੜੇ ਤਲਖ ਵਾਲੇ ਹੋ ਗਏ, ਜਿਸ ਬਾਰੇ ਮੁਸਲਮਾਨ ਦਾਅਵਾ ਕਰਦੇ ਸਨ ਕਿ ਇਹ ਮਸਜਿਦ ਹੈ ਤੇ ਸਿੱਖਾਂ ਦਾ ਦਾਅਵਾ ਸੀ ਇਹ ਗੁਰਦੁਆਰਾ ਸੀ। ਸਿੱਖ ਇਹ ਮੁਕੱਦਮਾ ਜਿੱਤ ਗਏ ਤੇ ਉਹਨਾਂ ਨੇ ਪੁਰਾਣੀ ਮਸਜਿਦ ਦੇ ਬਚੇ ਖੁਚੇ ਹਿੱਸੇ ਢਾਹ ਦਿੱਤੇ, ਜਿਸ ਨਾਲ ਮੁਸਲਮਾਨਾਂ ਨੂੰ ਬਹੁਤ ਦੁੱਖ ਹੋਇਆ। ਸਿੱਖਾਂ ਦੇ ਲੰਮੀਆਂ ਕਿਰਪਾਨਾਂ ਪਹਿਨਣ ਦੀ ਜਿੱਦ ਕਾਰਨ ਮੁਸਲਮਾਨ ਹੋਰ ਭੜਕ ਉੱਠੇ। ਇਹਨਾਂ ਦਹਾਕਿਆਂ ਵਿੱਚ ਸੰਪਰਦਾਇਕ ਦਲਾਂ ਜਿਵੇਂ ਹਿੰਦੂਆਂ ਦੀ RSS, ਮੁਸਲਮਾਨ ਖਾਕਸਾਰਾਂ ਤੇ ਸਿੱਖ ਦਲਾਂ ਦਾ ਕਾਫੀ ਉਭਾਰ ਹੋਇਆ। ਸੰਪਰਦਾਇਕ ਹਿੰਸਾ ਪੇਂਡੂ ਖੇਤਰਾਂ ਨਾਲੋਂ ਸ਼ਹਿਰੀ ਖੇਤਰਾਂ ਵਿੱਚ ਵਧੇਰੇ ਸਪਸ਼ਟ ਸੀ। ਪਿੰਡ ਵਧੇਰੇ ਕਰਕੇ ਇੱਕੋ ਹੀ ਫਿਰਕੇ ਦੇ ਹੁੰਦੇ ਸਨ ਤੇ ਖੁੱਲ੍ਹੇ ਪੇਂਡੂ ਖੇਤਰ ਵਿੱਚ ਸ਼ਹਿਰ ਦੇ ਭੀੜ ਭੜੱਕੇ ਵਾਲੇ ਬਾਜ਼ਾਰਾਂ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਲੰਘਣ ਦੀ ਤੇ ਖਹਿਣਬਾਜ਼ੀ ਵਰਗੀ ਕੋਈ ਚੀਜ਼ ਨਹੀਂ ਸੀ। ਅਵਿਸ਼ਵਾਸ ਦੀ ਪਰੰਪਰਾ ਦੇ ਬਾਵਜੂਦ ਪੇਂਡੂ ਭਾਈਚਾਰੇ ਸ਼ਾਂਤੀ ਨਾਲ ਮਿਲ ਕੇ ਰਹਿੰਦੇ ਸਨ ਤੇ ਉਹਨਾਂ ਨੇ ਇਕਸੁਰਤਾ ਦਾ ਢਾਂਚਾ ਵੀ ਅਪਣਾਇਆ ਹੋਇਆ ਸੀ, ਜਿਸ ਨਾਲ ਸਾਂਝ ਦਾ ਢੌਂਗ ਬਣਿਆ ਰਹਿੰਦਾ ਸੀ। ਪਰ ਪਿੰਡਾਂ ਵਿੱਚ ਇੱਕ ਦੂਸਰੇ ਦੀ ਨੀਤੀ ਤੇ ਮਨੋਰਥਾਂ ਬਾਰੇ ਸ਼ੱਕ ਪੂਰੀ ਤਰ੍ਹਾਂ ਕਦੇ ਵੀ ਖਤਮ ਨਹੀਂ ਹੋਇਆ ਸੀ। ਬਰਾਦਰਾਨਾ ਜੱਫੀ ਵਿੱਚੋਂ ਖੰਜਰ ਦਾ ਡਰ ਲੁਕਿਆ ਹੁੰਦਾ ਸੀ। ਇਸ ਕਿਸਮ ਦੀ ਮਨੋਸਥਿਤੀ ਨੇ ਹੀ ਜਿਨ੍ਹਾਂ ਨੂੰ ਇਹ ਸਿਧਾਂਤ ਗ੍ਰਹਿਣ ਕਰਨ ਦਾ ਆਧਾਰ ਦਿੱਤਾ ਹੈ। ਭਾਰਤ ਇੱਕ ਕੌਮ ਨਹੀਂ ਸਗੋਂ ਮੁਸਲਿਮ ਤੇ ਗੈਰ ਮੁਸਲਿਮ ਦੋ ਕੌਮਾਂ ਹਨ ਤੇ ਇਹ ਇੱਕ ਕਿਸਮ ਦੀ ਸੋਚ ਹੀ ਸੀ ਜੋ 1940ਵਿਆਂ ਵਿੱਚ ਭਾਰਤੀਆਂ ਦੀ ਬੁੱਧੀ ਨੂੰ ਕਾਬੂ ਕਰੀ ਬੈਠੀ ਸੀ। 1946-47 ਦੇ ਫਿਰਕੂ ਫਸਾਦ ਪਹਿਲਾਂ ਹੋਏ ਹਰ ਕਿਸਮ ਦੇ ਫਸਾਦਾਂ ਨਾਲੋਂ ਬਿਲਕੁਲ ਵੱਖਰੇ ਸਨ। ਉਸ ਸਮੇਂ ਤੱਕ ਤਾਂ ਇੱਕ ਦੂਸਰੇ ਤੇ ਲਾਠੀ ਮਾਰਨੀ ਜਾਂ ਪਿੱਠ ਪਿੱਛੋਂ ਛੁਰਾ ਮਾਰਨਾ ਜਾਂ ਉੱਪਰਲੀ ਛੱਤ ਤੋਂ ਖਲੋ ਕੇ ਤੇਜ਼ਾਬ ਦੀ ਬੋਤਲ ਸੁੱਟ ਦੇਣ ਦੇ ਛੋਟੇ-ਮੋਟੇ ਝਗੜੇ ਹੀ ਹੁੰਦੇ ਸਨ। ਕਦੇ ਘੱਟ ਹੀ ਬੰਦੂਕਾਂ ਦੀ ਵਰਤੋਂ ਕੀਤੀ ਜਾਂਦੀ ਸੀ। ਲੋਕਾਂ ਦੇ ਸੱਟਾਂ ਲੱਗਦੀਆਂ ਸਨ ਤੇ ਕਈ ਵਾਰ ਉਹ ਜ਼ਖਮੀ ਹੋਣ ਕਰਕੇ ਮਰ ਵੀ ਜਾਂਦੇ ਸਨ। ਇਸਤਰੀਆਂ ਨਾਲ ਘੱਟ ਹੀ ਛੇੜਖਾਨੀ ਹੁੰਦੀ ਸੀ ਤੇ ਉਹਨਾਂ ਨੂੰ ਘੱਟ ਹੀ ਤੰਗ ਕੀਤਾ ਜਾਂਦਾ ਸੀ। ਬਿਰਧਾਂ ਤੇ ਬੱਚਿਆਂ ਨੂੰ ਉੱਕਾ ਹੀ ਖਿਮਾ ਕਰ ਦਿੱਤਾ ਜਾਂਦਾ ਸੀ। ਲੜਾਈ ਝਗੜਾ ਜਾਂ ਤਕਰਾਰ ਮਗਰੋਂ ਸਹੁੰਆਂ ਸੁਗੰਧਾਂ ਖਾ ਕੇ ਮੁੜ ਕੇ ਲੜਾਈ ਝਗੜਾ ਨਾ ਕਰਨ ਦਾ ਪਛਤਾਵਾ ਕੀਤਾ ਜਾਂਦਾ ਸੀ। ਪਰ ਇਸ ਦੇ ਉਲਟ ਜੋ 1946-47 ਵਿੱਚ ਵਾਪਰਿਆ ਉਸ ਨੂੰ ਕਤਲਆਮ ਕਿਹਾ ਜਾ ਸਕਦਾ ਹੈ। ਕਿਸੇ ਨਾਲ ਵੀ ਲਿੰਗ ਜਾਂ ਉਮਰ ਕਾਰਨ ਲਿਹਾਜ਼ ਨਾ ਕੀਤਾ ਗਿਆ। ਪਹਿਲਾਂ ਫਸਾਦ ਗੁੰਡੇ ਹੀ ਕਰਦੇ ਸਨ, ਜਿਵੇਂ ਉਹਨਾਂ ਦੀ ਇਜਾਰੇਦਾਰੀ ਹੋਵੇ। 1946-47 ਦੇ ਕਤਲਆਮਾਂ ਪਿੱਛੇ ਸਿਆਸਤਦਾਨਾਂ ਦੇ ਦਿਮਾਗ ਸਨ ਤੇ ਸਮਾਜ ਦੇ ਸਾਰੇ ਵਰਗਾਂ ਦੇ ਦਲ ਸਟੇਨ ਗੰਨਾਂ ਤੇ ਗਰਨੇਡਾਂ ਨਾਲ ਲੈਸ ਹੋ ਕੇ ਇਹਨਾਂ ਨੂੰ ਅਮਲੀ ਜਾਮਾ ਪਹਿਨਾਉਂਦੇ ਸਨ। ਇਸ ਦਾ ਕਾਰਨ ਸਦਾ ਇੱਕ ਹੀ ਹੁੰਦਾ ਸੀ। ਵਿਰੋਧੀ ਦੂਸਰੀ ਧਿਰ ਤੇ ਝਗੜਾ ਛੇੜਨ ਦਾ ਇਲਜ਼ਾਮ ਲਾਉਂਦੇ ਤੇ ਆਪਣੇ ਆਪ ਨੂੰ ਇਸ ਬਹਾਨੇ ਨਿਰਦੋਸ਼ ਠਹਿਰਾਉਂਦੇ ਕਿ ਉਹਨਾਂ ਨੇ ਤਾਂ ਜਵਾਬੀ ਕਾਰਵਾਈ ਹੀ ਕੀਤੀ ਹੈ। ਹਿੰਦੂਆਂ ਤੇ ਮੁਸਲਮਾਨਾਂ ਦੇ ਘੋਲ ਵਿੱਚ ਸਿੱਖਾਂ ਦੀ ਸਥਿਤੀ ਅਜੀਬ ਸੀ। ਉਹਨਾਂ ਦਾ ਧਰਮ ਵੱਖਰਾ ਸੀ ਪਰ ਉਹ ਹਿੰਦੂ ਸਮਾਜਿਕ ਵਿਵਸਥਾ ਦਾ ਹਿੱਸਾ ਸਨ। ਉਹ ਪੰਜਾਬ ਦੀ ਕਿਰਸਾਨੀ ਵਿੱਚ ਸਭ ਤੋਂ ਵੱਧ ਅਮੀਰ ਵਰਗ ਦਾ ਹਿੱਸਾ ਸਨ ਤੇ ਉਹ ਜੰਗਜੂ ਪਰੰਪਰਾ ਵਿੱਚ ਪਲੇ ਪੋਸੇ ਹੋਣ ਕਾਰਨ ਉਹ ਆਪਣੀ 13% ਗਿਣਤੀ ਦੇ ਟਾਕਰੇ ਵਧੇਰੇ ਜੋਸ਼ ਵਿੱਚ ਉਛਾਲੇ ਮਾਰਦੇ ਸਨ। ਸਿੱਖ ਬਹੁਤ ਵਾਰੀ ਸੁਲਾਹਗਰ ਦੀ ਭੂਮਿਕਾ ਅਦਾ ਕਰਦੇ ਸਨ, ਪਰ ਕਿਉਂਕਿ ਉਹਨਾਂ ਦੀ ਹਮਦਰਦੀ ਪ੍ਰਤੱਖ ਤੌਰ ਤੇ ਹਿੰਦੂਆਂ ਵੱਲੋਂ ਹੋਣ ਕਰਕੇ ਫਸਾਦ ਹੋਰ ਵਧੇਰੇ ਭੜਕ ਪੈਂਦੇ, ਜਿਸ ਦੇ ਸਿੱਟੇ ਵਜੋਂ ਉਹਨਾਂ ਨੂੰ ਮੁਸਲਮਾਨ ਸੁਭਾਵਿਕ ਹੀ ਆਪਣੇ ਵਿਰੋਧੀ ਸਮਝਣ ਲੱਗ ਪਏ। ਹਰ ਹਾਲਤ ਵਿੱਚ ਮੁਸਲਮਾਨ ਇਹ ਸਮਝਣ ਲੱਗੇ ਕਿ ਪਾਕਿਸਤਾਨ ਵਿੱਚ ਲੋਕਾਂ ਨੇ ਅਮੀਰ ਬਣਨਾ ਹੈ ਤਾਂ ਸਿੱਖ ਜਿਹੜੇ ਵਧੀਆ ਕਣਕ ਪੈਦਾ ਕਰਨ ਵਾਲੀ ਭੂਮੀ ਦੇ ਮਾਲਕ ਹਨ ਉਹਨਾਂ ਨੂੰ ਉਸ ਜ਼ਮੀਨ 'ਚੋਂ ਬੇਦਖਲ ਕਰਨਾ ਹੋਵੇਗਾ। ਚੌਧਰੀ ਰਹਿਮਤ ਅਲੀ ਨੇ, ਜਿਸ ਨੇ ਸਭ ਤੋਂ ਪਹਿਲਾਂ ਪਾਕਿਸਤਾਨ ਦੀ ਕਲਪਨਾ ਕੀਤੀ ਸੀ, ਸਾਫ਼-ਸਾਫ਼ ਕਥਨ ਕੀਤਾ, ਘੱਟ ਗਿਣਤੀ ਵਾਲੇ ਚੱਕਰ ਤੋਂ ਬਚੋ। ਭਾਵ ਸਾਫ਼ ਹੈ, ਭਾਵੇਂ ਸਾਨੂੰ ਅੰਗਰੇਜ਼ ਤੇ ਹਿੰਦੂ ਕਿੰਨੀਆਂ ਵੀ ਸੰਵਿਧਾਨਿਕ ਸੁਰੱਖਿਆਵਾਂ ਦੇਣ, ਅਸੀਂ ਆਪਣੀ ਘੱਟ ਗਿਣਤੀ ਨੂੰ ਹਿੰਦੂਆਂ ਦੇ ਦੇਸ਼ ਵਿੱਚ ਨਾ ਛੱਡੀਏ, ਕਿਉਂਕਿ ਕਿਸੇ ਵੀ ਸੁਰੱਖਿਆ ਨੂੰ ਉਸ
ਰਾਸ਼ਟਰੀਅਤਾ ਦਾ ਸਥਾਨ ਨਹੀਂ ਦਿੱਤਾ ਜਾ ਸਕਦਾ ਜਿਹੜਾ ਉਹਨਾਂ ਦਾ ਜਮਾਂਦਰੂ ਹੱਕ ਹੈ। ਨਾ ਹੀ ਸਾਨੂੰ ਹਿੰਦੂ ਤੇ ਸਿੱਖ ਘੱਟ ਗਿਣਤੀਆਂ ਨੂੰ ਆਪਣੇ ਦੇਸ਼ ਵਿੱਚ ਰੱਖਣਾ ਚਾਹੀਦਾ ਹੈ, ਭਾਵੇਂ ਉਹ ਖੁਦ ਕਿਸੇ ਵੀ ਸੰਵਿਧਾਨਿਕ ਜਾਮਨੀ ਤੋਂ ਬਿਨਾਂ ਜਾਂ ਜਾਮਨੀ ਨਾਲ ਰਹਿਣ ਲਈ ਤਿਆਰ ਵੀ ਹੋਣ, ਕਿਉਂਕਿ ਉਹ ਕਦੇ ਵੀ ਸਾਡਾ ਅੰਗ ਨਹੀਂ ਬਣ ਸਕਦੇ। ਅਸਲੀਅਤ ਇਹ ਹੈ ਕਿ ਆਮ ਹਾਲਤ ਵਿੱਚ ਉਹ ਸਾਡੀ ਕੌਮੀ ਪੁਨਰ ਉਸਾਰੀ ਵਿੱਚ ਅੜਿੱਕਾ ਬਣਨਗੇ ਤੇ ਮੁਸ਼ਕਿਲ ਦੀ ਘੜੀ ਵਿੱਚ ਉਹ ਸਾਡੇ ਨਾਲ ਬੇਵਫਾਈ ਕਰਨਗੇ ਤੇ ਦੁਬਾਰਾ ਸਾਡੀ ਬਰਬਾਦੀ ਕਰਨਗੇ। ਮੁਸਲਿਮ ਲੀਗ ਸਿੱਖਾਂ ਨੂੰ ਭਰੋਸਾ ਦੇਣ ਦਾ ਕੋਈ ਯਤਨ ਨਾ ਕੀਤਾ ਤੇ ਨਾ ਹੀ ਪਾਕਿਸਤਾਨ ਲਈ ਉਹਨਾਂ ਦਾ ਸਮਰਥਨ ਪ੍ਰਾਪਤ ਕਰਨ ਲਈ ਉਹਨਾਂ ਨੂੰ ਨਾਲ ਲੈਣ ਦੀ ਕੋਸ਼ਿਸ਼ ਕੀਤੀ। ਇਸ ਦੇ ਉਲਟ ਜਿਨਾਹ ਨੇ ਸਪਸ਼ਟ ਕਰ ਦਿੱਤਾ ਕਿ ਪਾਕਿਸਤਾਨ ਨਿਰੋਲ ਮੁਸਲਿਮ ਰਾਜ ਹੋਵੇਗਾ। ਅਕਤੂਬਰ 1946 ਨੂੰ ਲੰਦਨ ਵਿੱਚ ਦਿੱਤੇ ਭਾਸ਼ਣ ਵਿੱਚ ਪਾਕਿਸਤਾਨ ਲਈ ਦਾਅਵਾ ਪੇਸ਼ ਕਰਦਿਆਂ ਉਸਨੇ ਕਿਹਾ, ਹਿੰਦੂਆਂ ਨੂੰ ਕੀ ਘਾਟਾ ਪਵੇਗਾ, ਨਕਸ਼ਾ ਵੇਖੋ, ਉਹਨਾਂ ਨੂੰ ਵਧੀਆ ਇਲਾਕੇ ਮਿਲ ਜਾਣਗੇ, ਉਹਨਾਂ ਦੀ ਵਸੋਂ 20 ਕਰੋੜ ਮੁਸਲਮਾਨ ਆਬਾਦੀ ਹੋਵੇਗੀ। ਪਾਕਿਸਤਾਨ ਕੋਲ ਭਾਰਤ ਦੇ ਵਧੀਆ ਇਲਾਕੇ ਨਹੀਂ ਹੋਣਗੇ, ਸਾਡੀ ਨਿਰੋਲ ਮੁਸਲਮਾਨਾਂ ਦੀ 10 ਕਰੋੜ ਵਸੋਂ ਹੋਵੇਗੀ। ਇਸ ਵਿੱਚ ਹੈਰਾਨੀ ਦੀ ਗੱਲ ਨਹੀਂ ਸੀ ਕਿ ਸਿੱਖਾਂ ਦਾ ਪਾਕਿਸਤਾਨ ਬਾਰੇ ਦ੍ਰਿਸ਼ਟੀਕੋਣ ਕਰੜਾ ਤੇ ਦ੍ਰਿੜ ਵੈਰ ਭਾਵਨਾ ਦਾ ਸੀ, ਕਿਉਂਕਿ ਮੁਸਲਿਮ ਬਹੁਗਿਣਤੀ ਪਾਕਿਸਤਾਨ ਦੀ ਮੰਗ ਕਰਦੀ ਸੀ। ਸਿੱਖਾਂ ਦੀ ਪਾਕਿਸਤਾਨ ਦੀ ਵਿਰੋਧਤਾ ਨੂੰ ਮੁਸਲਮਾਨਾਂ ਨਾਲ ਦੁਸ਼ਮਣੀ ਸਮਝਿਆ ਗਿਆ। ਸਿੱਧੀ ਕਾਰਵਾਈ ਦਾ ਦਿਨ ਤੇ ਇਸ ਦਾ ਪ੍ਰਭਾਵ। ਫਸਾਦਾਂ ਦੇ ਸਿਲਸਿਲੇ ਵਿੱਚ ਪਹਿਲ ਉਦੋਂ ਸ਼ੁਰੂ ਹੋਈ ਜਦੋਂ ਮੁਸਲਿਮ ਲੀਗ ਨੇ ਕਲਕੱਤਾ ਵਿੱਚ ਸਿੱਧੀ ਕਾਰਵਾਈ ਦਾ ਦਿਨ ਆਯੋਜਿਤ ਕੀਤਾ। ਬੰਗਾਲ ਦੇ ਮੁੱਖ ਮੰਤਰੀ ਸੋਹਰਾਵਰਦੀ ਨੇ ਇਸ ਦਿਨ ਸਰਕਾਰੀ ਛੁੱਟੀ ਕਰ ਦਿੱਤੀ ਤੇ ਦੁਪਹਿਰ ਪਿੱਛੋਂ ਮੁਸਲਿਮ ਲੀਗ ਦਾ ਜਨਮ ਹੋਇਆ। ਜਲਸੇ ਤੋਂ ਪਰਤਦੇ ਹੋਏ ਮੁਸਲਮਾਨਾਂ ਦੇ ਹਜੂਮ ਹਿੰਦੂਆਂ ਨਾਲ ਲੜ ਪਏ। ਰਾਜਧਾਨੀ ਵਿੱਚ 4-5 ਦਿਨਾਂ ਲਈ ਲੜਾਈ ਸ਼ੁਰੂ ਹੋਈ। ਹਿੰਸਾ ਨੇ ਜੀਵਨ ਗਤੀ ਰੋਕ ਦਿੱਤੀ। ਸਰਕਾਰੀ ਅੰਕੜਿਆਂ ਅਨੁਸਾਰ ਇਹਨਾਂ ਕੁਝ ਦਿਨਾਂ ਵਿੱਚ 5,000 ਮਰੇ, 15,000 ਜ਼ਖਮੀ ਹੋਏ ਤੇ 1 ਲੱਖ ਬੇਘਰ ਹੋ ਗਏ। ਫਸਾਦ ਰੁਕ-ਰੁਕ ਕੇ ਕਈ ਮਹੀਨਿਆਂ ਤੱਕ ਹੁੰਦੇ ਰਹੇ। ਕਲਕੱਤਾ ਵਿਚਲੇ ਅੰਗਰੇਜ਼ਾਂ ਦੇ ਸਟੇਟਸਮੈਨ ਨੇ ਕਲਕੱਤੇ ਦੇ ਕਤਲਾਮ ਦਾ ਸਾਰਾ ਦੋਸ਼ ਮੁਸਲਿਮ ਲੀਗ ਤੇ ਲਾਇਆ। ਮੁੱਖ ਦੋਸ਼ ਉਹਨਾਂ ਦਾ ਹੀ ਸੀ ਜਿਨ੍ਹਾਂ ਤੇ ਅਸੀਂ ਇਹ ਦੋਸ਼ ਲਾਇਆ ਹੈ। ਇਹ ਦੋਸ਼ ਪ੍ਰਾਂਤਕ ਮੁਸਲਿਮ ਲੀਗ ਦੇ ਮੰਤਰੀ ਮੰਡਲ ਦੀ ਤੇ ਖਾਸ ਕਰਕੇ ਇੱਕ ਸੁਯੋਗ ਵਿਸ਼ਾਲ ਪ੍ਰਬੰਧਕੀ ਅਨੁਭਵ ਵਾਲੇ ਮੁੱਖ ਮੰਤਰੀ ਸੋਹਰਾਵਰਦੀ ਦਾ ਹੈ, ਕਿਉਂਕਿ ਬੰਗਾਲ ਵਿੱਚ ਅਮਨ ਕਾਨੂੰਨ ਕਾਇਮ ਰੱਖਣ ਦੀ ਜ਼ਿੰਮੇਵਾਰੀ ਉਸੇ ਦੀ ਹੈ। ਮੁਸਲਿਮ ਲੀਗ ਦੇ ਅਖਬਾਰ ਡਾਨ ਨੇ ਸਟੇਟਸਮੈਨ ਦੀ ਇੱਕ ਪਾਸੜ ਪ੍ਰਚਾਰ ਦੀ ਵਿਉਂਤ ਦੀ ਨਿੰਦਿਆ ਕੀਤੀ ਤੇ ਕਿਹਾ, ਹਿੰਦੂਆਂ ਨੇ ਸ਼ਾਂਤੀ ਪਸੰਦ ਮੁਸਲਮਾਨਾਂ ਤੇ ਸੁਯੋਜਿਤ ਹਮਲਾ ਕੀਤਾ। ਡਾਨ ਨੇ ਲਿਖਿਆ ਕਿ ਪਹਿਲੇ ਹਫ਼ਤੇ ਵਿੱਚ ਇੱਕ ਹਿੰਦੂ ਦੇ ਮੁਕਾਬਲੇ 4 ਮੁਸਲਮਾਨ ਮਰੇ। ਲਿਆਕਤ ਅਲੀ ਖਾਨ ਨੇ, ਜੋ ਮੁਸਲਿਮ ਲੀਗ ਦਾ ਜਨਰਲ ਸਕੱਤਰ ਸੀ ਤੇ ਮਗਰੋਂ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਿਆ, 18 ਅਗਸਤ ਨੂੰ ਅਖਬਾਰਾਂ ਲਈ ਜਾਰੀ ਕੀਤੇ ਬਿਆਨ ਵਿੱਚ ਕਿਹਾ, ਹਿੰਦੂਆਂ ਨੇ ਮੁਸਲਿਮ ਲੀਗ ਵਜ਼ਾਰਤ ਨੂੰ ਬਦਨਾਮ ਕਰਨ ਲਈ ਕਲਕੱਤਾ ਨੂੰ ਵਿਚਾਰਪੂਰਨ ਹਿੰਸਕ ਕਾਰਵਾਈ ਵਿੱਚ ਡੁਬੋ ਦਿੱਤਾ। ਉਸਨੇ ਕਿਹਾ ਕਿ 16 ਅਗਸਤ ਦੀ ਸ਼ਾਮ ਨੂੰ ਹਸਪਤਾਲਾਂ ਵਿੱਚ ਦਾਖਲ ਹੋਏ ਲੋਕਾਂ ਦੇ ਵੇਰਵੇ ਦੱਸਦੇ ਹਨ ਕਿ ਜ਼ਖਮੀਆਂ ਤੇ ਮ੍ਰਿਤਕਾਂ ਦੀ ਭਾਰੀ ਬਹੁਗਿਣਤੀ ਮੁਸਲਮਾਨਾਂ ਦੀ ਸੀ। ਜਿਨਾਹ ਨੇ ਵੀ ਬਿਆਨ ਦਿੱਤਾ, ਸਾਡੇ ਉੱਪਰ ਕਾਂਗਰਸੀ ਸਮਰਥਕਾਂ ਨੇ ਹਮਲਾ ਕੀਤਾ। ਕਿਉਂ? ਉਹ ਸਾਡਾ ਕੀਤਾ ਪ੍ਰਚਾਰ ਖਤਮ ਕਰਨਾ ਚਾਹੁੰਦੇ ਹਨ ਤੇ ਗੜਬੜ ਕਰਕੇ ਸਾਡੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ ਤੇ ਫਿਰ ਸਾਡੇ ਤੇ ਦੋਸ਼ ਮੜ੍ਹਨਾ ਚਾਹੁੰਦੇ ਹਨ। 1946 ਵਿੱਚ ਕਲਕੱਤਾ ਵਿਖੇ ਸਿੱਖਾਂ ਦੀ ਗਿਣਤੀ 10-20 ਹਜ਼ਾਰ ਤੋਂ ਜ਼ਿਆਦਾ ਨਹੀਂ ਸੀ, ਜਿਨ੍ਹਾਂ ਵਿੱਚ ਬਹੁਗਿਣਤੀ ਟੈਕਸੀ ਡਰਾਈਵਰਾਂ ਤੇ ਛੋਟੇ-ਛੋਟੇ ਦੁਕਾਨਦਾਰਾਂ ਦੀ ਸੀ। ਭਾਵੇਂ ਮੁਸਲਮਾਨ ਉਹਨਾਂ ਨੂੰ ਹਿੰਦੂਆਂ ਦਾ ਜੁਝਾਰੂ ਹਿੱਸਾ ਹੀ ਸਮਝਦੇ ਸਨ ਤੇ ਇਸ ਤਰ੍ਹਾਂ ਉਹਨਾਂ ਨੇ ਉਹਨਾਂ ਨੂੰ ਬਰਬਾਦ ਕਰਨ ਲਈ ਨਿਸ਼ਾਨਾ ਵੀ ਬਣਾਇਆ, ਪਰ ਸਿੱਖ ਕਲਕੱਤੇ ਦੇ ਹਿੰਦੂਆਂ ਤੇ ਮੁਸਲਮਾਨ ਦੋਹਾਂ ਦਾ ਵਿਸ਼ਵਾਸ ਜਿੱਤਣ ਵਿੱਚ ਸਫਲ ਹੋ ਗਏ। ਉਹਨਾਂ ਨੇ ਦੋਹਾਂ ਫਿਰਕਿਆਂ ਦੇ ਘਿਰੇ ਹੋਏ ਲੋਕਾਂ ਨੂੰ ਛੁਡਾ ਕੇ ਉਹਨਾਂ ਨੂੰ ਗੁਰਦੁਆਰਿਆਂ ਵਿੱਚ ਸ਼ਰਨ ਦਿੱਤੀ। ਮੁੱਖ ਮੰਤਰੀ ਸੋਹਰਾਵਰਦੀ ਨੇ ਬਿਆਨ ਜਾਰੀ ਕਰਕੇ ਕਲਕੱਤਾ ਦੇ ਸਿੱਖਾਂ ਨੂੰ
ਮੁਸਲਮਾਨ ਵਿਰੋਧੀ ਇਲਜ਼ਾਮਾਂ ਤੋਂ ਮੁਕਤ ਕੀਤਾ ਤੇ ਮੁਸਲਮਾਨਾਂ ਦੇ ਬਚਾਓ ਲਈ ਨਿਭਾਈ ਗਈ ਭੂਮਿਕਾ ਲਈ ਉਹਨਾਂ ਦੀ ਸ਼ਲਾਘਾ ਕੀਤੀ। ਕਲਕੱਤਾ ਦਾ ਕਤਲੇਆਮ ਭਾਰਤ ਦੇ ਕਈ ਭਾਗਾਂ ਵਿੱਚ ਤੇ ਖਾਸ ਕਰਕੇ ਬੰਬਈ ਤੇ ਅਹਿਮਦਾਬਾਦ ਵਿੱਚ ਫਸਾਦ ਭੜਕਾਉਣ ਲਈ ਇੱਕ ਸੰਕੇਤ ਸੀ। ਹੁਣ ਮੁਸਲਿਮ ਲੀਗ ਨੇ ਸਿਰਫ ਕਾਂਗਰਸ ਦੇ ਹੱਥ ਵਿੱਚ ਹਕੂਮਤ ਦੇਣ ਦਾ ਖਤਰਾ ਅਨੁਭਵ ਕਰਕੇ ਸਰਕਾਰ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕਰ ਲਿਆ। 15 ਅਕਤੂਬਰ 1946 ਨੂੰ ਕੇਂਦਰੀ ਮੰਤਰੀ ਮੰਡਲ ਦਾ ਪੁਨਰਗਠਨ ਕਰਕੇ ਉਸ ਵਿੱਚ 4 ਮੁਸਲਿਮ ਲੀਗੀ ਤੇ ਮੁਸਲਿਮ ਲੀਗ ਵੱਲੋਂ ਅਨੁਸੂਚਿਤ ਜਾਤੀਆਂ 'ਚੋਂ ਇੱਕ ਨਾਮਜ਼ਦ ਮੈਂਬਰ ਸ਼ਾਮਿਲ ਕੀਤੇ ਗਏ, ਪਰ ਇਸ ਨਾਲ ਹਿੰਸਾ ਵਿੱਚ ਕੋਈ ਫਰਕ ਨਾ ਪਿਆ। ਇਸ ਦੇ ਉਲਟ ਪੂਰਬੀ ਬੰਗਾਲ ਵਿੱਚ ਫਸਾਦ ਫੇਰ ਭੜਕ ਪਏ। ਨਵਾਂਖਲੀ ਤੇ ਟਿਪਰਾ ਦੇ 2 ਜ਼ਿਲ੍ਹੇ ਜੋ ਪ੍ਰਮੁੱਖ ਤੌਰ ਤੇ ਕ੍ਰਮਵਾਰ 81.35% ਤੇ 77% ਮੁਸਲਿਮ ਆਬਾਦੀ ਵਾਲੇ ਸਨ, ਉੱਤੋਂ ਕਰੋਪੀ ਦਾ ਸ਼ਿਕਾਰ ਹਿੰਦੂ ਹੀ ਹੋਏ। ਹਿੰਦੂਆਂ ਦੇ ਮਾਰੇ ਜਾਣ ਦੀਆਂ ਖਬਰਾਂ ਨਾਲ ਦੂਰ ਦੁਰਾਡੇ ਸ਼ਹਿਰਾਂ ਵਿੱਚ ਵੀ ਹਿੰਸਾ ਸ਼ੁਰੂ ਹੋ ਗਈ। ਫਿਰ ਇਹ ਬੇਮਿਸਾਲ ਕਿਰੋਧ ਤੇ ਉਗਰਤਾ ਨਾਲ ਬਿਹਾਰ ਵਿੱਚ ਭੜਕੀ, ਜਿੱਥੇ ਮੁਸਲਮਾਨਾਂ ਨਾਲੋਂ ਹਿੰਦੂਆਂ ਦੀ ਗਿਣਤੀ ਜ਼ਿਆਦਾ ਸੀ। ਮੁਸਲਮਾਨਾਂ ਦੀਆਂ ਬਿਹਾਰ ਵਿੱਚ ਹੋਈਆਂ ਮੌਤਾਂ ਦਾ ਅੰਦਾਜ਼ਾ 10,000 ਲਾਇਆ ਗਿਆ। ਗੜ੍ਹ ਮੁਕਤੇਸਰ ਵਿੱਚ ਕਤਲਾਮ ਤੇ ਮਾਰ-ਧਾੜ ਵੀ ਉਨੀ ਹੀ ਭਿਆਨਕ ਸੀ, ਜਿੱਥੇ ਇੱਕ ਦਿਨ ਵਿੱਚ ਹੀ ਸੈਂਕੜੇ ਮੁਸਲਮਾਨ ਕਿਸਾਨਾਂ ਨੂੰ ਕਤਲ ਕਰ ਦਿੱਤਾ ਗਿਆ। ਕਲਕੱਤਾ, ਪੱਛਮੀ ਬੰਗਾਲ, ਬਿਹਾਰ, ਯੂਪੀ ਜਾਂ ਮੱਧ ਭਾਰਤ ਵਿੱਚ ਬਹੁਤ ਘੱਟ ਸਿੱਖ ਇਹਨਾਂ ਫਸਾਦਾਂ ਵਿੱਚ ਉਲਝੇ ਜਾਂ ਸ਼ਾਮਿਲ ਹੋਏ। ਪਹਿਲੀ ਵਾਰ ਸਿੱਖ 1946-47 ਦੀਆਂ ਸਰਦੀਆਂ ਵਿੱਚ ਹਜ਼ਾਰਾਂ ਵਿੱਚ ਹਿੰਸਾ ਦੀ ਘੁੰਮਣ ਘੇਰੀ ਵਿੱਚ ਫਸੇ, ਜਿੱਥੇ ਮੁਸਲਮਾਨਾਂ ਦੀ ਵਸੋਂ 95% ਸੀ। ਮੁਸਲਮਾਨ ਜੋ ਬਿਹਾਰ ਵਿੱਚ ਆਪਣੇ ਸਹਿਯੋਗੀਆਂ ਦੇ ਕਤਲਾਂ ਤੋਂ ਭੜਕੇ ਹੋਏ ਸਨ, ਉਨ੍ਹਾਂ ਨੇ ਸਿੱਖਾਂ ਤੋਂ ਬਦਲਾ ਲਿਆ। ਉੱਤਰ ਪੱਛਮੀ ਸੀਮਾ ਪ੍ਰਾਂਤ ਦੇ ਸਿੱਖ ਵਧੇਰੇ ਕਰਕੇ ਡਰਪੋਕ ਤੇ ਕਾਇਰ ਖੱਤਰੀ ਤੇ ਅਰੋੜਾ ਦੁਕਾਨਦਾਰ ਸਨ, ਤੇ ਉਹ ਉਸ ਜੁਝਾਰਵਾਦ ਦਾ ਦਾਅਵਾ ਨਹੀਂ ਕਰਦੇ ਸਨ ਜਿਸ ਕਾਰਨ ਉਨ੍ਹਾਂ ਦੇ ਜੱਟ ਸਹਿਧਰਮੀ ਉੱਗੇ ਸਨ। ਦਸੰਬਰ 1946 ਵਿੱਚ ਹਜ਼ਾਰਾ ਵਿੱਚ ਬਹੁਤ ਸਾਰੇ ਸਿੱਖ ਪਿੰਡ ਤਬਾਹ ਕਰ ਦਿੱਤੇ ਗਏ। ਸਿੱਖ ਸ਼ਰਨਾਰਥੀ ਕੇਂਦਰੀ ਤੇ ਪੂਰਬੀ ਪੰਜਾਬ ਵਿੱਚ ਆਉਣੇ ਸ਼ੁਰੂ ਹੋ ਗਏ ਤੇ ਆਪਣੇ ਨਾਲ ਹੀ ਕਤਲਾਂ, ਬਲਾਤਕਾਰੀਆਂ, ਅਗਵਾ ਕਰਨ ਤੇ ਜ਼ਬਰਦਸਤੀ ਧਰਮ ਬਦਲਣ ਦੀਆਂ ਕਹਾਣੀਆਂ ਲੈ ਕੇ ਆਏ। ਪ੍ਰਧਾਨ ਮੰਤਰੀ ਐਟਲੀ ਨੇ ਨਹਿਰੂ ਤੇ ਜਿੰਨਾਹ ਨੂੰ ਨਿੱਜੀ ਤੌਰ ਤੇ ਬੇਨਤੀ ਕੀਤੀ ਕਿ ਉਹ ਸ਼ਾਂਤੀ ਸਥਾਪਨਾ ਵਿੱਚ ਤੇ ਕਾਨੂੰਨ ਸਾਜ਼ ਅਸੈਂਬਲੀ ਦੀ ਸਥਾਪਨਾ ਲਈ ਹਕੂਮਤ ਦੇ ਸ਼ਾਂਤੀਪੂਰਵਕ ਤਬਾਦਲੇ ਲਈ ਸਹਿਯੋਗ ਦੇਣ। ਭਾਰਤੀ ਨੇਤਾਵਾਂ ਨੇ ਵੀ ਲੋਕਾਂ ਨੂੰ ਹਿੰਸਕ ਕਾਰਵਾਈਆਂ ਤੋਂ ਦੂਰ ਰਹਿਣ ਲਈ ਬੇਨਤੀ ਕੀਤੀ, ਪਰ ਕਿਸੇ ਨੇ ਉਨ੍ਹਾਂ ਦੀਆਂ ਅਪੀਲਾਂ ਦੀ ਕੋਈ ਪਰਵਾਹ ਨਾ ਕੀਤੀ। ਇਸ ਦੇ ਉਲਟ ਇਸ ਐਲਾਨ ਨੇ ਕਿ ਬਰਤਾਨੀਆ ਛੇਤੀ ਹੀ ਹਕੂਮਤ ਛੱਡ ਦੇਵੇਗਾ, ਅੱਗ ਹੋਰ ਭੜਕਾ ਦਿੱਤੀ ਤੇ ਫਸਾਦ ਹੋਰ ਤੇਜ਼ੀ ਨਾਲ ਸ਼ੁਰੂ ਕਰ ਦਿੱਤੇ ਗਏ। ਅੱਜ ਅਸੀਂ ਇਸ ਕਿਤਾਬ ਦੇ 267 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।